जो आवत शरण ठाकुर प्रभ तुमरी, तिस राखो कृपा तारू। जन नानक शरण तुम्हारी हर जियो, राखो लाज मुरार। जोत रूप हर आप गुरु नानक कहायो, ताते अंगद पह्यो तत् स्यों तत् मिलायो। अंगद कृपा धार, थिर सतगुर अमर थियो। अंगद कृपा धार, अमर सतगुर थिर कियो। अमरदास अमरत छतर, गुर रामह दियो। गुर रामदास दर्शन परस, कह मथुरा अमृत बैण। मूरत पंच परमाण पुरख, गुर अर्जुन पिखो नैन। हाजरा हजूर जहरा जहूर सर्व कला भरपूर, चबर छतर तखत दे मालक, रूहानियत दे भंडार बरदो आलम शाह, साहिब सतगुरु श्री गुरु ग्रंथ साहब महाराज जी दे पावन हजूरी अंदर सुभाईमान, तेक बहादुर सिमरिया कर नौने दे आवै धाए, सब थाई होए सहाय। सच्चे पातशाह श्री गुरु तेग बहादुर साहब महाराज जी दे पावन शहीदी स्थान दे आप दर्शन कर रहे हो। सच्चे पातशाह हजूर जी दी इस सरदल दी धूड़ अपने मस्तक ते ला रहे हो। उथे नाल ही भाई सतीदास, भाई मतीदास जी ते भाई दयाला नूं भी आप नमस्कार कर रहे हो। जिथे गुरु है उथे गुरु का सिख है। गुरु दी सिक्ख्यावां विचों सिख के जद गुरु का सिख उन्हां सिक्ख्यावां दे उत्ते तुरदा है ते सच ये हुंदा है कि सिख उन्हां सिक्ख्यावां ते तुर के गुरसिख बन जाता है। ते जिथे गुरु हुंदा है ते उथे गुरु के सिख नूं भी नमस्कार होंदी है। और दिल्ली दी धरती ते जिथे सामने लाल किला है, उस लाल किले दे झंडे बदलते रहे पर इत्थे गुरु तेग बहादुर साहब महाराज जी दे स्थान ते इक्को ही निशान सदा झुलदा है ते झुलदा रहेगा। और ये स्थान गुरु साहब नूं भी असी नतमस्तक होंदे हां ते गुरु के सिखां नूं भी नतमस्तक होंदे हां। आप जी ने सत्कारयोग भाई साहब जी पासों लड़ीवार कथा विचार दा पाठ जिहड़ा गुरु अर्जुन साहब महाराज जी दी अमृत बाणी सुखमनी साहब 18वीं अष्टपदी दी आरंभता दे नाल सलोक है जिहड़ा ਉਹ ਤੇ ਨਾਲ 18ਵੀਂ अष्टपदी ਦੇ 2 ਪਦੇ ਸਰਵਣ ਕੀਤੇ ਨੇ। ਆਪ ਸੰਗਤ ਜਿਨੇ ਸਤਿਗੁਰ ਜੀ ਦੇ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਤੇ ਜਿਨੇ ਘਰ ਬੈਠੇ PTC ਸਿਮਰਨ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪ ਗੁਰੂ ਦਰ ਦੇ ਗੁਰੂ ਸੰਗਤਾਂ ਦੇ ਦੀਦਾਰ ਕਰ ਰਹੇ ਹੋ, ਬਖਸ਼ੋ ਅਸੀਸ। ਸੱਚੇ ਪਾਤਸ਼ਾਹ ਹਜ਼ੂਰ ਜੀ ਦੀ ਅਗਮੀ ਬਾਣੀ ਦੀ ਵਿਚਾਰ सतगुर जी कहण वालियां नूं सुनण वालियां नूं एकागर चित्त दी दात बख्शण
ਵਿਚਾਰ ਆਰੰਭਣ ਤੋਂ ਪਹਿਲਾਂ ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗੰਮੀ ਬਾਣੀ ਦੇ ਵਿੱਚ ਜਿੱਥੇ 6 ਗੁਰੂ ਸਾਹਿਬਾਨਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ, ਉਥੇ ਨਾਲ ਹੀ 15 ਭਗਤ, 11 ਭੱਟ ਤੇ ਗੁਰਸਿੱਖਾਂ ਨੂੰ ਵੀ ਅਸੀਂ ਨਮਸਕਾਰ ਕਰਦੇ ਹਾਂ, ਉਹਨਾਂ ਦੀ ਬਾਣੀ ਦਾ ਉਪਦੇਸ਼ ਦ੍ਰਿੜ ਕਰਦੇ ਹਾਂ। ਆਪ ਸੰਗਤ ਜਿਹੜੇ ਪਾਠ ਕਰਨ ਵਾਲੇ ਨੇ ਉਹ ਜਾਣਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲੀ ਸ਼ੋਭਾ ਹੈ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਦੀ, ਔਰ ਜਿਹਦੀ ਆਰੰਭਤਾ ਹੀ ਇੱਕ ਓੰਕਾਰ ਤੋਂ ਹੁੰਦੀ ਹੈ। ਉਹ ਇੱਕ ਹੈ ਤੇ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਤੇ ਉਹਦੀ ਕਾਰ ਨਿਰੰਤਰ ਹੈ। ਅਸੀਂ ਆਏ ਹਾਂ, ਆ ਕੇ ਚਲੇ ਜਾਵਾਂਗੇ, ਪਰ ਉਹਨੇ ਕਿੱਥੇ ਨਹੀਂ ਜਾਣਾ। ਨਾ ਉਹਨੂੰ ਕੋਈ ਜਨਮ ਦੇਣ ਵਾਲਾ, ਨਾ ਕੋਈ ਉਹਨੂੰ ਮਾਰ ਸਕਦਾ। ਉਹ ਸਦਾ ਹੀ ਹੈ। ਅਸੀਂ ਆਏ ਹਾਂ 4 ਦਿਨ, ਆਪਣੀ ਨੌਬਤ ਚਲੀ ਬਜਾਏ, ਇਤਨਕ ਗਠੀਆ ਕਠੀਆ ਮਟੀਆ ਸੰਗ ਨਾ ਕਛੂ ਲੈ ਜਾਏ। ਅਸੀਂ ਕੁਝ ਲੈ ਕੇ ਜਾਣ ਵਾਲੇ ਨਹੀਂ ਹਾਂ, ਉਹ ਸਦਾ ਰਹਿਣ ਵਾਲਾ ਹੈ। ਦੂਸਰੀ ਸ਼ੋਭਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਮੀ ਬਾਣੀ ਦੇ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਅਗਮੀ ਜੋਤ, ਜਿਹਨੂੰ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਾਂ, ਉਸ ਜੋਤ ਦੀ ਉਸਤਤ ਹੈ। ਕਿਤੇ ਇਹ ਨਾ ਸਮਝਿਓ ਕਿ ਗੁਰੂ ਦੀ ਉਸਤਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿ ਗੁਰੂ ਕੱਲਾ ਸਰੀਰ ਹੈ। ਗੁਰੂ ਸਾਹਿਬ ਕਰੇ ਸਰੀਰ ਨਹੀਂ, ਗੁਰੂ ਜੋਤ ਜਿਹੜੀ ਆਪ ਜੀ ਨੇ ਡੰਡੌਤ ਸਰਵਣ ਕੀਤੀ ਕਥਾ ਦੀ ਆਰੰਭਤਾ ਵੇਲੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤੇ ਉਸ ਜੋਤ ਨੂੰ ਕੋਈ ਖਤਮ ਨਹੀਂ ਕਰ ਸਕਦਾ। ਜਿਹੜੀ ਜੋਤ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ, ਉਸ ਗੁਰੂ ਸਾਹਿਬਾਨਾਂ ਦੇ ਅੰਦਰ ਵਰਤੀ ਉਹ ਪਾਰ ਬ੍ਰਹਮ ਪਰਮੇਸ਼ਵਰ ਦੀ ਜੋਤ ਦੀ ਉਸਤਤ ਹੈ। ਤੇ ਤੀਸਰੀ ਉਸਤਤ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਮੀ ਬਾਣੀ ਦੇ ਵਿੱਚ ਇਸ ਬਾਣੀ ਦੀ ਉਸਤਤ ਹੈ। ਗੁਰੂ ਦੇ ਆਖੇ ਸ਼ਬਦ ਦੀ ਉਸਤਤ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨਵੇ ਲਾ ਲੋ। ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਇਸ ਧਰਤੀ ਤੇ ਬਹੁਤ ਹੋਣਗੀਆਂ ਸਿਮਰਤੀਆਂ, ਸ਼ਾਸਤਰ, ਪੁਰਾਣ ਤੇ ਵੇਦ, ਸਭ ਮੁਬਾਰਕ ਨੇ, ਸਭ ਨੂੰ ਨਮਸਕਾਰ ਹੈ, ਪਰ ਤਤ ਦੀ ਵਿਚਾਰ ਜੇ ਕਿਸੇ ਵਿੱਚ ਹੈ ਤੇ ਅੰਮ੍ਰਿਤ ਬਾਣੀ ਤਤ ਬਖਾਣੀ ਗਿਆਨ ਧਿਆਨ ਵਿੱਚ ਆਈ। ਇਹੀ ਗੱਲ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜ਼ਿੰਦਗੀ ਦੇ ਵਿੱਚ ਵਿਚਰਦੇ ਮਨੁੱਖਾਂ ਨੂੰ ਸਮਝਾਉਂਦੇ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ, ਇਹ ਬਾਣੀ ਦੀ ਉਸਤਤ ਹੀ ਹੈ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋ ਹੋਰ ਕੱਚੀ ਬਾਣੀ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਬਾਣੀ ਬਾਰੇ ਉਸਤਤ ਕਰਕੇ ਆਖਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਤੇ ਗੁਰੂ ਅਰਜੁਨ ਸਾਹਿਬ ਜੀ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਮਹਾਰਾਜ ਕਹਿੰਦੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਇੱਕ ਨਿਮਖ ਵੀ ਗੁਰੂ ਸਾਹਿਬਾਨਾਂ ਨੇ ਇਸ ਬਾਣੀ ਨੂੰ ਆਪਣੇ ਜੀਵਨ ਤੋਂ, ਆਪਣੇ ਸੁਰਤ ਤੋਂ, ਆਪਣੇ ਧਿਆਨ ਤੋਂ ਪਰਾਂ ਨਹੀਂ ਕੀਤਾ। ਨਿਮਖ ਵਿਵਸਤੇ ਵੀ ਨਹੀਂ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਇਹਦੇ ਅੰਦਰ ਕਰਤਾਰ ਦੇ ਅਗਮੀ ਰੰਗਾਂ ਦੀ ਕਲਾ ਵਰਤਦੀ ਹੈ। ਉਹ ਸੱਚੜਾ ਰੰਗ, ਜਿਹੜਾ ਰੰਗ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ। ਜਿੱਥੇ ਉਸ ਅਗਮੀ ਵਾਹਿਗੁਰੂ ਜੀ ਦੀ ਉਸਤਤ ਹੈ, ਜਿੱਥੇ ਗੁਰੂ ਸਾਹਿਬਾਨਾਂ ਦੀ ਸ਼ੋਭਾ ਉਸਤਤ ਹੈ, ਉਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਮੀ ਬਾਣੀ ਦੀ ਉਸਤਤ ਹੈ। ਤੇ ਉੱਥੇ ਨਾਲ ਹੀ ਉਸ ਸੇਵਕ ਦੀ ਉਸਤਤ ਵੀ ਹੈ, ਉਸ ਸਿੱਖ ਦੀ ਉਸਤਤ ਵੀ ਹੈ, ਉਸ ਜਿਗਿਆਸੂ ਦੀ, ਉਸ ਮਾਰਗ ਤੇ ਤਰਨ ਚੱਲਣ ਵਾਲੇ, ਭਾਵੇਂ ਸੰਤ ਕਹੋ, ਗਿਆਨੀ ਕਹੋ, ਸਾਧ ਕਹੋ, ਸੇਵਕ ਕਹੋ, ਚਾਕਰ ਕਹੋ, ਉਹਨੂੰ ਆਸ਼ਕ ਕਹੋ ਇਸ਼ਕ ਹਕੀਕੀ ਦਾ, ਤੇ ਭਾਵੇਂ ਉਹਨੂੰ ਬ੍ਰਹਮ ਗਿਆਨੀ ਕਹੋ। ਇਹ ਮੋਟੇ ਤੌਰ ਤੇ ਅਸੀਂ ਇਹਨਾਂ 4 ਉਸਤਤਾਂ ਦਾ ਜ਼ਿਕਰ ਕੀਤਾ ਹੈ। ਪਰ ਅੱਜ ਜਿਹੜਾ ਅਸੀਂ ਮਜ਼ਮੂਨ ਲਿਆ, ਆਪ ਜੀ ਕਹੋਗੇ ਕਿ
ਇਹ ਵਿਚਾਰ ਕਰਨ ਦਾ ਲਾਹਾ ਕੀ ਸਾਨੂੰ। ਪਰ ਗੁਰੂ ਪਿਆਰਿਓ, ਜਿਹੜੀ ਅੱਜ ਵਿਚਾਰ 18ਵੀਂ ਅਸ਼ਟਪਦੀ ਦੀ ਆਰੰਭ ਹੋਣੀ ਹੈ, ਔਰ ਉਸ ਵਿਚਾਰ ਦੇ ਪਹਿਲਾਂ ਜਿਹੜਾ ਅਸੀਂ ਸਲੋਕ ਦੀ ਵਿਚਾਰ ਕਰਨੀ ਹੈ, ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਜਿਹੜੀ 4 ਵਿਸ਼ਿਆਂ ਦੀ ਗੱਲ ਦਾਸ ਨੇ ਆਪ ਜੀ ਨਾਲ ਕੀਤੀ ਹੈ, ਇੱਕ ਵਾਹਿਗੁਰੂ, ਦੂਸਰਾ ਗੁਰੂ, ਤੀਸਰੀ ਬਾਣੀ ਤੇ ਚੌਥਾ ਸੇਵਕ ਸਿੱਖ, ਇਹਨਾਂ 4ਾਂ ਦੀ ਗੱਲ ਅੱਜ ਇਸ ਸਲੋਕ ਤੇ ਇਹਨਾਂ 2 ਪਦਿਆਂ ਵਿੱਚ ਪਈ ਹੈ। ਸਤਿਪੁਰਖ ਦਾ ਮਤਲਬ ਹੈ ਵਾਹਿਗੁਰੂ ਅਕਾਲ ਪੁਰਖ। ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਸਤਿਗੁਰੂ 10 ਗੁਰੂ ਸਾਹਿਬਾਨਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿਸਕੈ ਸੰਗ ਸਿੱਖ, ਤੇ ਉਹ ਸੇਵਕ ਜਿਹੜਾ ਇਹਦੇ ਇਸ ਮਾਰਗ ਗੁਰੂ ਦੇ ਮਾਰਗ ਤੇ ਚਲਿਆ। ਪਰ ਕਿਵੇਂ ਚਲਿਆ? ਨਾਨਕ ਹਰ ਗੁਣ ਗਾਉ, ਤੇ ਉਹ ਇਸ ਬਾਣੀ ਦੇ ਰਾਹੀਂ ਚਲਿਆ। ਇਸ ਸਲੋਕ ਦੇ ਵਿੱਚ ਮੋਟੇ ਤੌਰ ਤੇ 4 ਉਸਤਤ ਹੈਗੀਆਂ, ਵਾਹਿਗੁਰੂ ਦੀ, ਗੁਰੂ ਸਾਹਿਬਾਨਾਂ ਦੀ। ਗੁਰੂ ਸਾਹਿਬ ਆਪਾਂ ਭਾਵੇਂ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ, ਉਹ ਵਿਸਰੇ ਨਾ। ਤੇ ਜੇ ਉਹਨੂੰ ਚੇਤੇ ਕਰਨਾ ਤੇ ਇੱਕੋ ਇੱਕ ਤਰੀਕਾ ਹੈ, ਉਹ ਹੈ ਧੁਰ ਕੀ ਬਾਣੀ। ਤੇ ਜਿਹੜਾ ਸਿੱਖ ਗੁਰੂ ਕਾ ਇਸ ਬਾਣੀ ਨੂੰ ਨਾ ਸਿਰਫ ਪੜ੍ਹਦਾ ਤੇ ਸੁਣਦਾ, ਬਲਕਿ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਉਹ ਸੁੱਖਾਂ ਨੂੰ ਆਪਣੇ ਹਿਰਦੇ 'ਚ ਵਸਾਉਂਦਾ ਤੇ ਦੁੱਖ ਦੂਰ ਹੁੰਦੇ ਨੇ। ਉਹ ਕਮਾਉਂਦਾ ਹੈ, ਤੇ ਜਿਹੜਾ ਕਮਾਉਂਦਾ ਹੈ ਮਨ ਰਾਹੀਂ, ਗੁਰੂ ਅਮਰਦਾਸ ਕਹਿੰਦੇ ਨਾ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਪਹਿਲਾ ਕੰਮ ਇਹ ਹੈ, ਜਦ ਤੂੰ ਵਾਹਿਗੁਰੂ ਨੂੰ ਚੇਤੇ ਕਰੇਂਗਾ ਗੁਰੂ ਰਾਹੀਂ, ਬਾਣੀ ਰਾਹੀਂ, ਤੇਰੇ ਅੰਦਰੋਂ ਦੁੱਖ ਖਤਮ ਹੋ ਜਾਣਗੇ। ਇਹ ਨਹੀਂ ਕਿ ਦੁੱਖਾਂ ਦਾ ਨਾਸ਼ ਖਤਮ, ਕਿ ਦੁੱਖ ਹੋਣਗੇ ਹੀ ਨਹੀਂ, ਤੇਰੇ ਅੰਦਰ ਦੁੱਖ ਕਦੀ ਵੀ ਪੋ ਨਹੀਂ ਸਕਣਗੇ। ਉਸ ਨੂੰ ਕਿਹ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ। ਜਿਹਦੇ ਅੰਦਰ ਲਿਵ ਲੱਗ ਗਈ, ਉਹਨੂੰ ਨਾ ਮਾਤਾ ਦੇ ਗਰਭ ਦੀ ਅਗਨ ਸਾੜ ਸਕਦੀ ਹੈ, ਤੇ ਨਾ ਉਹਨੂੰ ਸੰਸਾਰ ਦੀ ਮਾਇਆ ਅਗਨ ਸਾੜ ਸਕਦੀ ਹੈ। ਦੂਸਰਾ ਅੰਗੀਕਾਰ ਉਹ ਕਰੇ ਤੇਰਾ, ਗੁਰੂ ਕਰਤਾਰ ਦੀ ਇਹ ਸੱਚੀ ਬਾਣੀ ਉਸ ਸਿੱਖ ਸੇਵਕ ਦੀ ਅੰਗੀਕਾਰ ਦਾ ਮਤਲਬ ਹੈ, ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲਗਾ ਨਾ ਪਾਈ। ਤੇ ਤੀਸਰਾ ਕਾਰਜ ਸਭ ਸਵਾਰਨਾ। ਗੁਰੂ ਸਾਹਿਬ ਕਹਿੰਦੇ ਜਿਹੜਾ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਗੁਰੂ ਰਾਹੀਂ, ਗੁਰਬਾਣੀ ਰਾਹੀਂ ਚੇਤੇ ਕਰਕੇ ਆਪਣੇ ਜੀਵਨ ਨੂੰ ਕਮਾਉਂਦਾ ਹੈ, ਉਹਦੇ ਅੰਦਰ ਸੁੱਖ ਵਸਦੇ ਨੇ, ਦੁੱਖ ਦੂਰ ਹੋ ਜਾਂਦੇ ਨੇ। ਗੁਰੂ ਕਰਤਾਰ ਦੀ ਅਗਮੀ ਬਾਣੀ ਦੀ ਤਾਕਤ ਉਹਦੀ ਰੱਖਿਆ ਕਰਦੀ ਹੈ। ਤੀਸਰਾ ਮਹਾਰਾਜ ਕਹਿੰਦੇ ਕਿ ਉਹਦੇ ਕਾਰਜ ਸਫਲ ਹੁੰਦੇ ਨੇ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਸਾਰੇ ਬਚਨ ਸਤਿਗੁਰੂ ਜੀ ਦੀ ਬਾਣੀ। ਅੱਛਾ, ਅਸੀਂ ਬਾਣੀ ਦੀ ਵਿਚਾਰ ਕਰਨ ਬੈਠੀਏ, ਅਸੀਂ ਆਸਿਓਂ ਪਾਸਿਓਂ ਗੱਲਾਂ ਫੜੀਏ, ਠੀਕ ਹੈ, ਕਥਾ ਦਾ ਵਿਸ਼ਾ ਹੁੰਦਾ ਹੈ ਕਿ ਹਰ ਪਾਸਿਓਂ, ਹਰ ਥਾਂ ਤੋਂ ਹਰ ਧਰਮ ਦੀ ਵੀ ਬਾਤ ਕੀਤੀ ਜਾ ਸਕਦੀ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਐਸਾ ਅਗਮੀ ਖਜ਼ਾਨਾ ਹੈ, ਜੇ ਇਸ ਖਜ਼ਾਨੇ ਵਿੱਚੋਂ ਹੀ ਖੋਜਣ ਦੀ ਅਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ, ਯਤਨ ਕਰੀਏ, ਫਿਰ ਸੱਚੀ ਮੁੱਚੀ ਆਸੇ ਪਾਸੇ ਜਾਣ ਦੀ ਵੀ ਲੋੜ ਨਹੀਂ ਪੈਣੀ। ਬਾਣੀ ਵਿੱਚੋਂ ਹੀ ਬਾਣੀ ਦੀ ਵਿਚਾਰ। ਆਓ ਜੀ ਸਤਿਪੁਰਖ ਨੂੰ ਪਹਿਲਾਂ ਸਮਝੀਏ। ਇਹ ਸਤਿਪੁਰਖ ਕੌਣ ਹੈ? ਇਹ ਉਹ ਪੁਰਖ ਹੈ ਜਿਹੜਾ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਸਲੋਕ ਤੁਸੀਂ ਸੁਖਮਨੀ ਸਾਹਿਬ ਵਿੱਚ ਵੀ ਪੜ੍ਹੋਗੇ, ਪੜ੍ਹਦੇ ਹੋ, ਪਰ ਭੇ ਦੇ ਨਾਲ ਹੈ, ਭੀ ਦੇ ਨਾਲ ਨਹੀਂ। ਕਿ ਆਦ ਸੱਚ, ਜੁਗਾਦ ਸੱਚ ਹੈ, ਭੇ ਸੱਚ, ਨਾਨਕ ਹੋਸੀ ਭੇ ਸੱਚ। ਉਹ ਸਦਾ ਹੀ ਰਹਿਣ ਵਾਲਾ ਉਹ ਪੁਰਖ, ਜਿਸ ਪੁਰਖ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਆਦ ਪੂਰਨ, ਮਦ ਪੂਰਨ, ਅੰਤ ਪੂਰਨ ਪਰਮੇਸ਼ਵਰ। ਉਹ ਸਦਾ ਰਹਿਣ ਵਾਲਾ ਹੈ। ਉਹ ਆਦ ਵੀ ਹੈ, ਉਹ ਅੰਤ ਵੀ ਹੈ, ਉਹ ਹੁਣੇ ਵੀ ਹੈ। ਉਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਉਸ ਪੁਰਖ ਦੀ ਬਾਤਾਂ ਸੁਣੋ ਜਿਹੜਾ ਪੁਰਖ ਸਦਾ ਹੀ ਰਹੇਗਾ। ਔਰ ਇਹ ਸ਼ਬਦ ਵਿਦਵਾਨ ਕਹਿੰਦੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜਦ ਆਪਣੀ ਮੱਕਾ ਕਾਬਾ ਦੀ ਯਾਤਰਾ ਇਹ
ਬਗਦਾਦ ਤੋਂ ਅੱਗੇ ਪਾਣੀ ਦੇ ਬੇੜੇ ਤੇ ਸਵਾਰ ਹੋ ਕੇ ਜਦ ਗੁਰੂ ਸਾਹਿਬ ਰੋਮ ਗਏ ਨੇ, ਹਾਂਜੀ ਗੁਰੂ ਨਾਨਕ ਸਾਹਿਬ ਰੋਮ ਗਏ ਨੇ, ਇਟਲੀ ਰੋਮ ਤੱਕ, ਔਰ ਪੋਪ ਬੈਂਡਿਕਟ 12th ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਵਾਰਤਾ ਹੋਈ ਹੈ, ਔਰ ਇਹਦਾ ਜ਼ਿਕਰ ਰੋਮ ਦੀਆਂ ਲਾਇਬ੍ਰੇਰੀਜ਼ ਦੇ ਵਿੱਚ ਵੀ ਪਿਆ। ਜੇ ਬਹੁਤਾ ਕੁਝ ਪੜ੍ਹਨਾ ਹੈ, ਥੋੜ੍ਹਾ ਬਹੁਤ ਨੈੱਟ 'ਤੇ ਵੀ ਮੌਜੂਦ ਹੈ, ਅਤੇ ਕੁਝ ਵਿਦਵਾਨਾਂ ਨੇ ਭਾਵੇਂ ਉਹ ਜੇ ਸਟੋਰ 'ਤੇ ਆਰਟੀਕਲਸ ਪਏ ਨੇ, ਇੰਟਰਨੈਟ 'ਤੇ ਬਹੁਤ ਕੁਝ ਪਿਆ ਜੇ ਤੁਸੀਂ ਪੜ੍ਹਨਾ ਹੈ। ਉਸ ਵੇਲੇ ਜਿਸ ਵੇਲੇ ਯਹੂਦੀ ਪ੍ਰਚਾਰਕ, ਯਹੂਦੀ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਹੋਏ, ਅਤੇ ਸਿੱਖ ਇਤਿਹਾਸ ਦੇ ਵਿਦਵਾਨ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੇ ਯਹੂਦੀਆਂ ਦੇ ਸਨਮੁਖ ਇਹ ਸ਼ਬਦ ਉਚਾਰਿਆ। ਯਹੂਦੀਆਂ ਨੇ ਪੁੱਛਿਆ ਕਿ ਤੁਸੀਂ ਕਿਹਦੇ ਪੁਜਾਰੀ ਹੋ, ਕਿਹਨੂੰ ਪੂਜਦੇ ਹੋ, ਕਿਹਨੂੰ ਧਿਆਉਂਦੇ ਹੋ? ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਮੈਂ ਉਸ ਪੁਰਖ ਨੂੰ ਧਿਆਉਂਦਾ ਜਿਹੜਾ ਅੱਲਾਹ ਅਲਖ ਅਗਮ ਕਾਦਰ ਕਰਨਹਾਰ ਕਰੀਮ, ਜਿਹੜਾ ਇੱਕੋ ਇੱਕ ਹੈ, ਜਿਹੜਾ ਸਭ ਕੁਝ ਕਰਨ ਵਾਲਾ ਹੈ, ਜਿਹੜਾ ਕਰੀਮ, ਕਰਾਮਾਤ, ਜਿਹਦੀ ਕਰਾਮਤ ਹੁਣੇ ਪੜ੍ਹਿਆ ਨਾ, ਕਰਾਮਤ ਦਾ ਮਤਲਬ ਕਰਮ ਪਲੱਸ ਦਾਤ, ਜਿਹੜਾ ਕਰੀਮ ਹੈ, ਰਹਿਮ ਕਰਨ ਵਾਲਾ ਹੈ। ਅੱਲਾਹ ਅਲਖ ਅਗਮ ਕਾਦਰ ਕਰਨਹਾਰ ਕਰੀਮ, ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ। ਸਾਰੀ ਦੁਨੀਆ ਆ ਕੇ ਖਤਮ ਹੋ ਜਾਏਗੀ, ਆ ਰਹੀ ਹੈ, ਪੂਰਾਂ ਦੇ ਪੂਰ ਜਾ ਰਹੇ ਨੇ, ਪਰ ਉਹ ਪੁਰਖ ਕਦੀ ਨਹੀਂ ਜਾ ਸਕਦਾ, ਉਹ ਕਦੀ ਨਹੀਂ ਜਾ ਸਕਦਾ, ਉਹ ਕਦੀ ਨਹੀਂ ਜਾਏਗਾ। ਅੱਲਾਹ ਅਲਖ ਅੱਲਾਹ ਅਲਖ ਅਗਮ ਕਾਦਰ ਕਰਨਹਾਰ ਕਰੀਮ, ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ। ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ। ਸੁਣੋ ਉਸ ਪੁਰਖ ਦੀ ਕਹਾਣੀ, ਕਥਾ। ਹਰ ਇੱਕ ਪੁਰਖ ਇਸ ਧਰਤੀ 'ਤੇ, ਹਰ ਇੱਕ ਮਨੁੱਖ ਤੇ ਔਰਤ ਮਾਤਰ, ਸਭ ਇਸ ਧਰਤੀ 'ਤੇ ਆਏ ਨੇ, ਅਤੇ ਆਪਣੇ ਸਿਰ 'ਤੇ ਲੇਖ ਲਿਖਾ ਕੇ ਆਏ ਨੇ। ਸਾਰਿਆਂ ਦੇ ਸਿਰ 'ਤੇ ਲੇਖ ਨੇ, ਬੁੜੀ ਕਲਾਮ ਸਭ ਦੇ ਸਿਰ 'ਤੇ ਲਿਖਿਆ ਹੋਇਆ ਹੈ, ਪਰ ਉਸ ਵਾਹਿਗੁਰੂ ਦੇ ਸਿਰ, ਕਰਤਾ ਪੁਰਖ ਦੇ ਸਿਰ 'ਤੇ ਕੋਈ ਲੇਖ ਨਹੀਂ ਹੈ, ਨਾ ਜਨਮ ਦਾ, ਨਾ ਮਰਨ ਦਾ, ਨਾ ਕਰਮਾਂ ਦਾ, ਨਾ ਕਿਸੇ ਦੀ ਤਾਕਤ ਨੂੰ ਕਬੂਲ ਕਰਨ ਦਾ। ਮੁਕਾਮ ਤਿਸ ਨੂੰ ਆਖੀ ਹੈ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਜ਼ਿਮੀ ਚਲਸੀ। ਕਹਿੰਦੇ ਇਹ ਧਰਤੀ ਵੀ ਖਤਮ ਹੋ ਜਾਏਗੀ, ਇਹ ਅਸਮਾਨ ਵੀ ਫਨਾ ਹੋ ਜਾਣਗੇ, ਇਸ ਧਰਤੀ ਦੇ ਸਾਰੇ ਪਲੈਨਟ, ਸਾਰੇ ਤਾਰੇ ਖਤਮ ਹੋ ਜਾਣਗੇ, ਤਾਂ ਕੋਈ ਕਹੇ ਕਿ ਉਹ ਪੁਰਖ ਦਾ ਨਾਸ਼ ਹੋ ਜਾਏਗਾ, ਤਾਂ ਵੀ ਉਹ ਪੁਰਖ ਨਹੀਂ ਨਾਸ਼ ਕਰ ਸਕਦਾ ਕੋਈ। ਅਤੇ ਜਿਸ ਵੇਲੇ ਇਹ ਧਰਤੀ, ਇਹ ਤਾਰੇ, ਇਹ ਨਦੀਆਂ, ਇਹ ਸਾਰਾ ਦਿਖਦਾ ਪਸਾਰਾ ਨਹੀਂ ਸੀ, ਤਾਂ ਵੀ ਉਹ ਪੁਰਖ ਹੈਗਾ ਸੀ। ਇਹ ਹੈ ਸਤਿਪੁਰਖ। ਅਰਬਤ ਨਰਬਤ ਧੁੰਦੂ ਕਾਰਾ, ਧਰਨ ਨਾ ਗਗਨ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਇਂਦਾ। ਉਹ ਤੇ ਆਪ ਸੀ। ਅੱਲਾਹ ਅਲਖ ਅਗਮ ਕਾਦਰ ਕਰਨਹਾਰ ਕਰੀਮ, ਸਭ ਦੁਨੀਆ ਆਵਣ ਜਾਵਣੀ ਮੁਕਾਮ ਏਕ ਰਹੀਮ। ਮੁਕਾਮ ਤਿਸ ਨੂੰ ਆਖੀ ਹੈ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਜ਼ਮੀ ਚਲਸੀ ਮੁਕਾਮ ਉਹੀ ਏਕ। ਦਿਨ ਰੱਬ ਚੱਲੈ ਨਿਸ ਸੱਸ ਚੱਲੈ। ਉਹ ਪੁਰਖ ਕੋਈ ਸੂਰਜ ਨਹੀਂ ਹੈ ਕਿ ਦੁਨੀਆ ਦੇ ਲੋਕ ਸੂਰਜ ਨੂੰ ਪੂਜਣ ਤੁਰ ਪਏ ਨੇ। ਉਹ ਪੁਰਖ ਕੋਈ ਚੰਦਰਮਾ ਨਹੀਂ ਹੈ ਕਿ ਮੱਸਿਆ ਤੇ ਪੂਰਨਮਾਸ਼ੀਆਂ ਹੀ ਸਾਡੇ ਲਈ ਸਾਰਾ ਕੁਝ ਹੋ ਗਿਆ। ਉਹ ਭਲਿਓ ਤੇ ਨਾ ਉਹ ਨਕਸ਼ਤਰ ਨੇ ਕਿ ਜੇ ਨਕਸ਼ਤਰ ਦੱਸਣਗੇ ਤੇ ਅਸੀਂ ਉਸ ਤਰ੍ਹਾਂ ਦੇ ਨਾਲ ਆਪਣੀਆਂ ਰਾਸ਼ੀਆਂ ਨੂੰ ਸਮਝ ਕੇ ਆਪਣਾ ਕੰਮ ਕਰਾਂਗੇ। ਕੋਈ ਕਹਿੰਦਾ ਲਾਲ ਜਰਾਬਾਂ ਬੰਨ ਲਓ, ਕੋਈ ਕਹਿੰਦਾ ਲਾਲ ਕੱਪੜੇ ਪਾ ਲਓ, ਕੋਈ ਕਹਿੰਦਾ ਫਲਾਣੀ ਥਾਂ ਦਾਨ ਦੇ ਦਿਓ। ਉਹ ਪੁਰਖ ਨਹੀਂ, ਉਹ ਨਹੀਂ ਜਿਹੜਾ ਸੂਰਜ ਚੰਦਰਮਾ ਤੇ ਤਾਰਿਆਂ ਤੋਂ ਪ੍ਰਭਾਵਿਤ ਹੋਏ। ਨਹੀਂ, ਉਹਨੇ ਤੇ ਸਾਰੇ ਚੰਦਰਮਾ ਤਾਰੇ ਬਣਾਏ ਨੇ। ਜਿਸ ਵੇਲੇ ਸੂਰਜ ਵੀ ਫਨਾ ਹੋ ਜਾਏਗਾ, ਚੰਦਰਮਾ ਵੀ ਚਲਾ ਜਾਏਗਾ, ਦਿਨ ਰਾਤ ਵੀ ਚਲਾ ਜਾਏਗਾ, ਤਾਂ ਵੀ ਉਹ ਰਹਿਣ ਵਾਲਾ ਹੈ। ਦਿਨ ਰਵ ਚੱਲੈ, ਦਿਨ ਤੇ ਰਵ ਦਾ ਮਤਲਬ ਰਵੀ ਸੂਰਜ। ਨਿਸ ਸੱਸ ਚੱਲੈ, ਰਾਤ ਵੀ ਚਲੀ ਜਾਏਗੀ ਤੇ ਚੰਦਰਮਾ ਵੀ ਖਤਮ ਹੋ ਜਾਏਗਾ। ਤਾਰਿਕਾ ਲੱਖ ਪਲੋਏ, ਸਾਰੇ ਤਾਰੇ ਵੀ ਫਨਾ ਹੋ ਜਾਣਗੇ, ਪਰ ਉਹ ਫਨਾ ਨਹੀਂ ਹੋਏਗਾ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬੁਗੋਏ। ਮੈਂ ਉਸ ਪੁਰਖ ਦਾ ਪੁਜਾਰੀ ਹਾਂ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਮੈਂ ਕਿਹਨੂੰ ਪੁੱਛਿਆ? ਮੈਂ ਉਹਨੂੰ ਪੁੱਛਿਆ ਜਿਹੜਾ ਤਤ ਨਿਰੰਜਨ ਜੋਤ ਸਭਾਈ, ਸੋਹੰਗ ਭੇਦ ਨਾ ਕੋਈ ਜੀਓ। ਸਤਿਪੁਰਖ ਜਿਨ ਜਾਣਿਆ। ਤੇ ਇਸ ਸਤਿਪੁਰਖ ਨੂੰ ਕਿਹਨੇ ਜਾਣਿਆ? ਇਹਨੇ ਜਾਣਿਆ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਸਤਿਪੁਰਖ ਨੂੰ ਸਭ ਤੋਂ ਪਹਿਲਾਂ ਦੇਖੋ, ਬਹੁਤ ਆਏ ਜਾਣਨ ਵਾਲੇ। ਜੇ ਆਪਾਂ ਬਤੌਰ ਗੁਰੂ ਕੇ ਸਿੱਖ ਗੱਲ ਕਰੀਏ, ਅੱਜ ਬੜਾ ਸੌਖਾ ਤਰੀਕਾ ਹੈ ਕਿ ਉਸ ਵਾਹਿਗੁਰੂ ਦੀ ਪਰਿਭਾਸ਼ਾ ਨੂੰ ਜੇ ਸਮਝਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਇੱਕ ਨਹੀਂ ਹੈ, 24 ਭਾਸ਼ਾਵਾਂ ਨੇ। ਤੁਸੀਂ ਬਾਹਰ ਆਇਓ ਬੋਰਡ ਤੇ ਨਾਮਦੇਵ ਜੀ ਦਾ ਹੁਕਮਨਾਮਾ ਪੜ੍ਹਿਆ ਤੁਸੀਂ? ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ।
ਪਹਿਲ ਪੁਰਸਾ ਬਿਰਾ ਆਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਧੀ ਮੈਸਾ। ਕੋਈ ਮਹਾਰਾਸ਼ਟਰ ਤੋਂ ਆਏ ਉਹ ਵੀ ਸਮਝ ਸਕੇਗਾ ਉਪਦੇਸ਼, ਮਹਾਰਾਸ਼ਟਰੀ ਹੈ ਇਹ। ਕੋਈ ਗੁਜਰਾਤੀ ਆਏ ਤੇ ਗੁਜਰਾਤੀ ਹੈ ਇਹਦੇ ਵਿੱਚ, ਕੋਈ ਬੰਗਾਲੀ ਆਏ ਤੇ ਭਗਤ ਜੈਦੇਵ ਬੰਗਾਲੀ, ਬੰਗਾਲੀ ਬੋਲਦੇ ਨੇ ਜੈਦੇਵ, ਗੁਰੂ ਗ੍ਰੰਥ ਸਾਹਿਬ 'ਚ ਬੰਗਾਲੀ ਹੈ। ਕੋਈ ਪਾਲੀ ਬੋਲਣ ਵਾਲਾ, ਕੋਈ ਪ੍ਰਾਕਿਰਤ, ਕੋਈ ਸੰਸਕ੍ਰਿਤੀ ਸੰਸਕ੍ਰਿਤ ਸਮਝਣ ਵਾਲਾ, ਉਹਨੂੰ ਸੰਸਕ੍ਰਿਤ 'ਚ ਉਪਦੇਸ਼ ਹੈ ਕਿ ਪਾਛੰ ਕਰੋਤ ਅਗਰਣੀ ਵਹਾ ਨਿਰਾਸੰਗ ਆਸ ਪੂਰਨ ਹੈ, ਨਿਰਧਨੰਗ ਭਯੰਗ ਧਨਵੰਤ ਹੈ, ਰੋਗੀਆਂ ਰੋਗ ਖੰਡਨ ਹੈ। ਕੋਈ ਅਰਬੀ ਫਾਰਸੀ ਸਮਝਣ ਵਾਲਾ, ਉਹਨੂੰ ਯਖ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਗੁਰੂ ਅਰਜੁਨ ਸਾਹਿਬ ਦਾ ਬਚਨ ਪੜ੍ਹੋ, ਦੁਨੀਆ ਆਲਮ ਦੁਨੀਆ ਇਹ ਉਹਦਾ ਕਰਤਾਰ ਦਾ ਬਣਾਇਆ ਹੋਇਆ ਨਾ ਸਾਰਾ ਕੁਝ। ਮਹਾਰਾਜ ਦਾ ਬੜਾ ਕਮਾਲ ਬਚਨ ਹੈ ਕਿ ਇਸ ਧਰਤੀ ਦੇ ਉੱਤੇ ਜੋ ਕੁਛ ਹੈ, ਅਸਮਾਨ ਜ਼ਿਮੀ ਦਰਖਤ ਆਬ ਪੈਦਾਇਸ਼ ਖੁਦਾਏ ਬੰਦੇ ਚਸ਼ਮ ਦੀਦੰਗ ਫਨਾਏ। ਮੈਂ ਉਸ ਪੁਰਖ ਨੂੰ ਧਿਆਉਣਾ ਜਿਹੜਾ ਪੁਰਖ ਕਦੀ ਖਤਮ ਨਹੀਂ ਹੋ ਸਕਦਾ, ਤੇ ਜਿਹੜਾ ਅੱਖਾਂ ਤੋਂ ਦਿਸ ਰਿਹਾ ਉਹ ਸਭ ਕੁਝ ਚਲਾ ਜਾਏਗਾ, ਉਹ ਸਭ ਕੁਝ ਚਲਾ ਜਾਏਗਾ, ਪਰ ਉਹ ਫਿਰ ਵੀ ਨਹੀਂ ਜਾ ਸਕਦਾ। ਪਰ ਉਸ ਪੁਰਖ ਨੂੰ ਕਿੰਨੇ ਜਾਣਿਆ? ਧੰਨ ਗੁਰੂ ਨਾਨਕ ਸਾਹਿਬ ਨੇ। ਤੇ ਗੁਰੂ ਨਾਨਕ ਸਾਹਿਬ ਜਦ ਉਸ ਪੁਰਖ ਦੇ ਸਨਮੁਖ ਗਏ ਤੇ ਮਹਾਰਾਜ ਜੀ ਨੇ ਆਖਿਆ, ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਬਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਵਾਵਣ ਹਾਰੇ। ਇਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਸਨਮੁਖ ਹੋਣਾ। ਵੇਈ ਨਦੀ ਦਾ ਕਿੱਸਾ ਸਭ ਨੂੰ ਪਤਾ ਹੈ, ਇਹ ਸਾਖੀ। ਮਹਾਰਾਜ ਵੇਈ ਨਦੀ 'ਚ ਗਏ ਤੇ ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਹੋਏ ਤੇ ਕਿਹਾ, ਮੈਂ ਪਾਰ ਬ੍ਰਹਮ ਪਰਮੇਸ਼ਵਰ, ਨਾਨਕ ਤੂੰ ਗੁਰ ਪਰਮੇਸ਼ਵਰ, ਜਿਸ ਉੱਪਰ ਮੇਰੀ ਨਜ਼ਰ ਉਸ ਉੱਪਰ ਤੇਰੀ ਨਜ਼ਰ। ਗੁਰੂ ਨਾਨਕ ਸਾਹਿਬ ਨੇ ਪਛਾਣਿਆ, ਤੇ ਜਦ ਪਛਾਣਿਆ ਤੇ ਇਹ ਕਿਹਾ ਨਹੀਂ ਕਿ ਆਪਣੇ ਤੱਕ ਸੀਮਿਤ ਰੱਖਣਾ, ਜਾਓ ਜਾ ਕੇ ਦੁਨੀਆ ਦੇ ਸਾਰੇ ਲੋਕਾਂ ਨੂੰ ਦੱਸੋ। ਜਾ ਕੇ ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਖਿਆ, ਮੇਰੇ ਸੋਹਲੇ ਕਣ ਕਣ ਦੇ ਵਿੱਚ ਜਾ ਕੇ ਸੁਣਾਓ। ਤੇ ਜਦ ਗੁਰੂ ਨਾਨਕ ਸਾਹਿਬ ਜੀ ਵੇਈ ਨਦੀ ਤੋਂ ਬਾਹਰ ਆਏ ਤੇ ਵਿਸਮਾਦ ਹੋ ਗਏ, ਕੌਣ ਕਿਹਨੂੰ ਸੁਣਾਏਗਾ? ਇੱਥੇ ਤੇ ਸਾਰੀ ਧਰਤੀ ਗਾ ਰਹੀ ਹੈ, ਸਾਰੇ ਗਾ ਰਹੇ ਨੇ, ਰਾਗ ਪ੍ਰੀਸਿਓ ਕਈਨ ਗਾਵਣ, ਸਾਰੇ ਗਾ ਰਹੇ ਨੇ। ਇੰਦਰ ਮਹਾਬਲ ਸੂਰਾ ਤੁਹਾਨੂੰ ਗਾ ਰਹੇ ਨੇ ਵਾਹਿਗੁਰੂ, ਇੱਥੇ ਨਦੀਆਂ ਤੁਹਾਨੂੰ ਗਾ ਰਹੀਆਂ ਨੇ, ਇੱਥੇ ਚਿੜੀਆਂ, ਇੱਥੇ ਕੋਇਲਾਂ, ਇੱਥੇ ਸੰਸਾਰ, ਇਹ ਸਾਰਾ ਪਤਾ ਪੜੋ। ਗਾਵਨ ਤੁਧਨੋਂ ਰਤਨ ਉਪਾਏ ਤੇਰੇ 68, ਸਾਰੇ ਤੀਰਥ ਗਾ ਰਹੇ ਨੇ। ਗਾਵਨ ਤੁਧਨੋਂ ਜੋਧ ਮਹਾਬਲ ਸੂਰਾ, ਗਾਵਨ ਤੁਧਨੋਂ ਖਾਣੀ ਚਾਰੇ, ਗਾਵਨ ਤੁਧਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ, ਸਹੀ ਤੁਧਨੋਂ ਗਾਵਨ ਸੇ ਮੈਂ ਚਿਤ ਨਾ ਆਵਣ। ਕੌਣ ਕੌਣ ਗਾ ਰਿਹਾ ਕੋਈ ਦੱਸਿਆ ਨਹੀਂ ਜਾ ਸਕਦਾ। ਸਤ ਗੁਰੂ ਨੇ ਜਾਣਿਆ ਤੇ ਜਾਣ ਕੇ ਆਖਿਆ ਕਿ ਹੁਣ ਮੈਂ ਇਸ ਧਰਤੀ ਤੇ ਕੀ ਕਰਨ ਆਇਆ? ਗੁਰੂ ਨਾਨਕ ਸਾਹਿਬ ਨੇ ਕਿਹਾ, ਹਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦੇਹ ਕੈ ਪੁਕਾਰ, ਕਿ ਉਹਨੂੰ ਹੁਣ ਬਸ ਫਰਮਾਉਣਾ, ਧੁਰੋਂ ਫਰਮਾਇਆ। ਉਸ ਵਾਹਿਗੁਰੂ ਨੇ ਮੈਨੂੰ ਢਾਡੀ ਬਣਾਇਆ ਆਪਣਾ, ਮੈਂ ਉਹਦੇ ਗੀਤ ਗਾਉਣਾ। ਤੇ ਇਹ 10 ਗੁਰੂ ਸਾਹਿਬਾਨਾਂ ਦੇ ਵਿੱਚ ਇਹ ਜੋਤ ਵਰਤੀ। ਸਤਿਗੁਰੂ ਨੇ ਜਾਣਿਆ, ਤਾਈਓ ਅਸੀਂ ਬਾਣੀ ਵਿੱਚੋਂ ਆਓ ਥੋੜਾ ਸਤਿਗੁਰੂ ਕੀ ਹੈ ਥੋੜਾ ਸਮਝੀਏ। ਸਤਿਪੁਰਖ ਤੇ ਸਮਝ ਆ ਗਿਆ, ਜਿਹੜਾ ਸਦਾ ਰਹਿਣ ਵਾਲਾ ਹੈ, ਜਿਹਨੂੰ ਕੋਈ ਖਤਮ ਨਹੀਂ ਕਰ ਸਕਦਾ, ਜਿਹਨੂੰ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਭਗਤ ਜੀ ਕਹਿੰਦੇ, ਸਬੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਜਰ ਚੀਟੀ, ਹਾਥੀ ਤੋਂ ਲੈ ਕੇ ਕੀੜੀ ਤੱਕ ਉਹ ਸਭ ਦੇ ਵਿੱਚ ਹੈ। ਭਾਜਨ ਹੈ ਬਹੁ ਨਾਨਾ ਰੇ, ਸਾਰੇ ਭਾਂਡੇ ਉਹਦੇ ਬਣਾਏ ਹੈ। ਅਸਥਾਵਰ ਜੰਗਮ ਕੀਟ ਪਤੰਗਮ, ਜੜ ਵੀ ਉਹ ਹੈ ਚੇਤਨ ਵੀ ਉਹ ਹੈ। ਕਿੱਥੇ ਕਿੱਥੇ ਲੱਭੋਗੇ? ਬੰਦਗੀ ਕਰਨ ਵਾਲੇ ਵਿੱਚ ਵੀ ਉਹ ਹੈ, ਪਾਪ ਕਰਨ ਵਾਲੇ ਵਿੱਚ ਵੀ ਉਹ ਹੈ। ਕਿਹਨੂੰ ਕਿਹਨੂੰ ਨਿੰਦੋਗੇ, ਕਿਹਨੂੰ ਕਿਹਨੂੰ ਉਸਤਤ ਕਰੋਗੇ? ਵਿਕਾਰਾਂ ਵਿੱਚ ਵੀ ਉਹ ਬੈਠਾ ਹੈ ਤੇ ਵਿਕਾਰਾਂ ਤੋਂ ਨਿਰਲੇਪ ਹੋ ਕੇ ਉਸ ਪ੍ਰਭੂ ਦੇ ਸਿਮਰਨ ਦੇ ਵਿੱਚ ਜੁੜਿਆ ਹੋਇਆਂ ਵਿੱਚ ਵੀ ਉਹ ਬੈਠਾ ਹੈ। ਜੜ ਵਿੱਚ, ਰੁੱਖਾਂ ਵਿੱਚ ਵੀ ਉਹ ਬੈਠਾ ਹੈ, ਪਹਾੜਾਂ ਵਿੱਚ ਵੀ ਉਹ ਬੈਠਾ ਹੈ। ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆਗੈ ਘਰ ਧਰਿਆ, ਉਹੀ ਹੈ। ਉਹਨੂੰ ਸਤਿਗੁਰੂ ਨੇ ਜਾਣਿਆ। ਆਓ ਦੇਖੋ ਸਤਿਗੁਰੂ ਕੌਣ ਹੈ। ਸਤਿਗੁਰੂ ਦੀ ਉਪਮਾ ਗੁਰੂ ਨੇ ਆਪ ਕੀਤੀ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਇਹ ਗੁਰੂ ਦੀ ਉਸਤਤ ਹੈ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ,
ਇਹ ਧਰਤੀ, ਇਸ ਧਰਤੀ ਦੀ ਸਰਦਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਜੇ ਕਿਸੇ ਦਾ ਬੇੜਾ ਡੁੱਬਦਾ ਸੀ ਤੇ ਉਹਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੀ ਮੇਰਾ ਕਿਰਤ ਵਿਹਾਰ ਹੈ, ਮੇਰੀ ਕਿਰਤ ਨੂੰ ਡੁੱਬਣ ਤੋਂ ਬਚਾ ਲਓ, ਮੈਂ ਇਨੀਆਂ ਮੋਹਰਾਂ ਤੁਹਾਡੇ ਚਰਨਾਂ 'ਚ ਰੱਖਾਂਗਾ। ਤੇ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਾਇਆ ਡੁੱਬਦੇ ਤੋਂ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੈ, ਕਿ ਕੱਲਾ ਸਰੀਰ ਦਾ ਮੁਥਾਜ ਗੁਰੂ ਨਹੀਂ, ਮੈਨੂੰ ਖਿਮਾ ਬਖਸ਼ਿਓ। ਗੁਰੂ ਹਰ ਥਾਂ ਤੇ ਮੌਜੂਦ ਹੈ, ਕਿਉਂਕਿ ਗੁਰੂ ਜੋਤ रूप है। जह जह काज किरत सेवक की तहाँ तहाँ उठता, सेवक को निकटी होए दिखावे, जो जो कहे ठाकुर पह सेवक, तत्काल होए आवे। तत्काल कहते ना टिकट कराउनी है, तत्काल बिल्कुल अर्जेंट हुणे ही। तत्काल लफ्ज़ ते साढ़े कोल 500 साल पुराना पिया होया, हुणे दा हुणे ही जो बचन कीता वो नाल दे नाल। इस करके गुरु ग्रंथ साहब जी की बाणी गुरु नूं जपण ते ही जोर देंदी है, क्योंकि गुरु ने सतपुरख नूं जाणिया। जे बंदिया तू सतपुरख वाहिगुरू नूं लभण चुल तुरेंगा ते तू भुलेखा खा जाएगा, मैं कित्थे लभां, किवें लभां, मैं कित्थे ध्यान लावां। कोई लभदे लभदे मूरत वल तुर गया, कोई लभदे लभदे अखरां नूं ही रब मन्नण लग गया, कोई लभदे लभदे इस दुनिया दे विच ये सारे दिखदे पसारे तो निर्लेप होके पहाड़ां दी कंदरां ते जाके ध्यान रूप होके सुन रूप होके जपण लग गया। पुरख मैं नार, नार में पुरखा बूझो, ब्रह्म ज्ञानी दा भेत, जां सिद्ध छुप बैठे परबतें, भटक जाएगा। कोई पुट्ठा लटक गया, किसी ने अपना तन जार दिता, कोई अग्नि बाल के बह गया उन्होंने ध्याउण वास्ते, कोई भुखा बह गया, किने अपने तन दे उत्ते आरे चरवा ले उन्होंने जानण वास्ते, किसी ने अपने तन दे टुकड़े टुकड़े करा ले। गुरु ग्रंथ साहब जी की बाणी कहती है, जे रब नूं लभण तुरेगा तो भटक जाएगा, जे गुरु कोल आएगा। सतगुरु कौन है? जैसा सतगुर सुनीदा तैसो ही मैं डीठ, विछोड़िया मेले प्रभु हर दरगह का। गुरु विचोला है उस प्रभु दे नाल मिलाउण वास्ते। हरनामो मंत्र दृढ़ाइंदा, बसीठ कहंदे वकील नूं, ते गुरु दा कारज हरनामो मंत्र दृढ़ाइंदा, कट्टे हौमै रोग, नानक सतगुर तिना मिलाया जिन तुरे पिया संजोग। ते संजोग बनाउण वाले गुरु ने। गुरु गुरु गुर कर मन मोर, गुरु बिना मैं जपो, गुरु बिना मैं सिख दे लई, गुरु तो बिना कोई होर नहीं हो सकता। सिख कदम पटेगा तो गुरु नूं चेते करेगा, कारज करेगा तो गुरु नूं चेते करेगा। इथों तक निवाला मूँह दे विच पाएगा, गुरु नूं चेते करेगा, कपड़े पाएगा, गुरु नूं चेते करेगा। कोई कारज वड्डा करना है, जी की बिरथा होए सो गुर पै अरदास कर, सिख करेगा। गुरु गुरु गुर कर मन मोर, गुरु बिना मैं ना ही और। क्यों? गुरु सदा रहन वाला है, गुरु हर थां ते मौजूद है, गुरु नूं कोई मार नहीं सकता। क्यों? एक करता पुरख वाहिगुरू नूं कोई खत्म नहीं कर सकता, ते दूसरा इस धरती ते कोई सतगुरु नूं ही खत्म कर सकता। सुनो, सतगुर कौन है? सतगुर कौन है? जिनको सतगुर थापिया तिन मेट ना सकै कोई। जपो, जिनको सतगुर थापिया तिन मेट ना सकै कोई, उन्होंने कोई खत्म नहीं कर सकता। क्यों नहीं कर सकता? उन्हां अंतर नाम निधान है, नामों प्रगट होए। जिहड़े प्रगट ही नाम विचों होया ते नाम नूं कोई खत्म नहीं कर सकता। नाम के धारे सगले जंत, नाम के धारे खंड ब्रह्मंड, सारा कुछ नाम दा है। इस करके गुरु गुरु गुर कर मन मोर, गुरु बिना मैं ना ही होर। गुर की टेक रहो दिन रात, जाकी कोई ना मिटै दात। अगे जाके सारे शंके दूर किए ने गुरु साहिबाना ने बाणी दे विच, कि शंका ना कर लियो, ए ध्यायो गुर परमेश्वर एको जान। जपो जी, गुर परमेश्वर, कोई भेत ना रखियो गुरु ते परमेश्वर दे विच। जो गुण परमेश्वर वाहिगुरू दे ने, उही गुण गुरु दे ने, कोई खत्म नहीं कर सकता। हर थां ते मौजूद है, जिथे चेते करोगे उथे गुरु सहाई है। होर देखो, भट्टां दी बाणी विचों देखिए असी गुरु कौन है। जिन्हों गुरु चेते आ जाए ना, इस धरती ते उहदे अंदर पैसिਆਂ ਦਾ, दौलत का, धन का कोई गुबार अहंकार नहीं हो सकता। वो ये नहीं कहेगा कि मेरा, वो ये कहेगा कि सतगुर जी तेरा तुझको सौंपते क्या लाग गया मेरा। जाम गुरु है वल धन है क्या गारव दीजै। गारव कहते अहंकार, धन का नहीं होएगा।
ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਲੱਖਾਂ ਲੋਕ ਜੇ ਸਾਡਾ ਕੁਝ ਵਿਗਾੜਨ ਵਾਸਤੇ ਵੀ ਆਉਣਗੇ, ਜੇ ਗੁਰੂ ਚੇਤੈ, ਲੱਖਾਂ ਬਾਹਾਂ ਵੀ ਸਾਡਾ ਵਾਲ ਵਿੰਗਾ ਨਹੀਂ ਕਰ ਸਕਦੀ। ਸੁਣੋ ਕੌਣ ਹੈ ਗੁਰੂ। ਸਤਿਗੁਰ ਤਿਸਕਾ ਨਾਉ। ਸਤਿਗੁਰ ਕੌਣ ਹੈ? ਜਿਹਨੂੰ ਸਤਿਗੁਰ ਆਖਿਆ। ਉਹ ਕੱਲਾ ਨਾਮ ਨਹੀਂ, ਕੱਲਾ ਸਰੀਰ ਨਹੀਂ। ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੈ। ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ। ਅਨਨ ਪਰ ਦਾ ਮਤਲਬ ਹੈ ਤਤਕਾਲ ਹੀ ਇੱਕ ਸਿੱਖ ਦੇ ਅੰਦਰ ਗਿਆਨ ਤੇ ਧਿਆਨ ਚੱਲਣ ਲੱਗ ਜਾਂਦਾ ਜੇ ਗੁਰੂ ਚੇਤੇ ਆ ਜਾਏ। ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੋ ਘਰ। ਜੋ ਗੁਰੂ ਗੁਰੂ ਅਹਨਿਸ ਜਪੈ, ਦਾਸ ਭਟ ਬੇਨਤ ਕਹੈ। ਜੋ ਗੁਰੂ ਨਾਮ ਰਿਦ ਮੈਂ ਧਰੈ, ਸੋ ਜਨਮ ਮਰਨ ਦੋਹੂ ਠਹਿਰਾ। ਜਨਮ ਮਰਨ ਨਿਵਾਰਨ ਵਾਲੇ ਨੇ ਗੁਰੂ। ਤੇ ਭੱਟ ਜੀ ਕਹਿੰਦੇ ਨੇ, ਐਸੇ ਗੁਰੂ ਐਸੇ ਸਤਿਗੁਰੂ ਤੋਂ ਬਲਿਹਾਰ ਜਾਓ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ। ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ। ਜੇ ਸਤਿਗੁਰ ਸਿਮਰੰਤ ਰਿਧ ਸਿਧ ਨੌ ਨਿਧ ਪਾਵੈ। ਜੇ ਸਤਿਗੁਰੂ ਨੂੰ ਚੇਤੇ ਕੀਤਿਆਂ ਸਾਰਾ ਅਗਿਆਨਤਾ ਦਾ ਹਨੇਰਾ, ਵਹਿਮਾਂ ਭਰਮਾਂ ਦਾ ਹਨੇਰਾ ਖਤਮ ਹੋ ਜਾਂਦਾ। ਜੇ ਸਤਿਗੁਰੂ ਨੂੰ ਚੇਤੇ ਕੀਤਿਆਂ ਹਿਰਦੇ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਚੱਲ ਪੈਂਦਾ, ਦਿਨੋਂ ਦਿਨ ਵੱਧਦਾ। ਜੇ ਸਤਿਗੁਰੂ ਨੂੰ ਨਮਸਕਾਰ ਕੀਤਿਆਂ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਠੰਡੀ ਹੁੰਦੀ ਹੈ, ਅੰਦਰ ਕਲੇਸ਼ ਖਤਮ ਹੁੰਦੇ। ਜੀ ਕੀ ਤਪਤ। ਤਪਤ ਕਿਹੜੀ ਹੈ? ਤੀਨੇ ਤਾਪ। ਤਿੰਨ ਤਾਪ ਨੇ, ਆਦ ਵਿਆਦ ਤੇ ਉਪਾਦ। ਆਦ ਹੈ ਸਰੀਰ ਦਾ ਤਾਪ ਰੋਗ, ਵਿਆਦ ਹੈ ਮਨ ਦਾ ਰੋਗ, ਤੇ ਉਪਾਦ ਕਹਿੰਦੇ ਆਤਮਕ ਰੋਗ। ਆਤਮਕ ਕਿਹੜਾ? ਕਲੇਸ਼ ਕਿਹੜੇ ਨੇ? ਆਪਣੀ ਆਤਮਾ ਆਪਣੇ ਆਪ ਦੀ ਪਛਾਣ ਨਾ ਕਰਨਾ, ਇਹ ਉਪਾਦ ਦਾ ਰੋਗ ਹੈ। ਜਦ ਗੁਰੂ ਤੋਂ ਟੁੱਟ ਜਾਵਾਂਗੇ ਤਾਂ ਉਪਾਦ ਰੋਗ ਆਉਂਦਾ। ਹਰ ਬਿਸਰਤ ਸਦਾ, ਇਹ ਮੌਤ ਹੈ, ਖੁਆਰੀ ਹੈ। ਇਹ ਕਰਨ ਵਾਲਾ ਹੈ। ਤੇ ਗੁਰੂ ਕੌਣ ਹੈ? ਜੇ ਗੁਰੂ ਕਿਥੇ ਕਿਰਪਾਲੂ ਹੋ ਜਾਏ। ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ। ਬਿਕਤੇ ਹਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਪੜਿਓ। ਲੋਹੋ ਹੋ ਲਾਲ ਨਦਰ ਸਤਿਗੁਰ ਜਦ ਧਾਰੈ। ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਗੁਰੂ ਕੌਣ ਹੈ? ਕੱਚ ਨੂੰ ਸੋਨਾ ਕੰਚਨ ਬਣਾਉਣ ਵਾਲਾ, ਜਿਹਦੀ ਕੀਮਤ ਕੋਈ ਨਹੀਂ। ਗੁਰੂ ਤੋਂ ਸਪਰਸ਼ ਕਰ ਲੋ, ਗੁਰ ਪਾਰਸ ਹਮ ਲੋ ਮਿਲ ਕੰਚਨ ਹੁਆ ਰਾਮ। ਜਿਹਦੀ ਕੀਮਤ ਕੋਈ ਨਹੀਂ ਹੈ। ਗੁਰੂ ਕੋਲ ਆ ਜਾਓ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂਕੁੰਠ ਮਾਨੈ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ। ਇਹ ਹੈ ਗੁਰੂ, ਕਿ ਜਿਸ ਗੁਰੂ ਨੂੰ ਜਿਹੜਾ ਬਿਖ ਤੋਂ ਅੰਮ੍ਰਿਤ ਕਰ ਦਿੰਦਾ, ਜਿਹੜਾ ਲੋਹੇ ਨੂੰ ਮਨੂਰ ਨੂੰ ਲਾਲ ਕਰ ਦਿੰਦਾ, ਬੇਸ਼ਕੀਮਤੀ ਬਣਾ ਦਿੰਦਾ। ਪਾਹਣ ਮਾਣਕ ਕਰੈ, ਤੇ ਪੱਥਰ ਨੂੰ ਮਾਣਕ ਬਣਾਉਣ ਵਾਲੇ ਗੁਰੂ ਨੇ। ਵਾਹ ਗੁਰੂ ਬਲਿਹਾਰੀ। ਬਲਿਹਾਰੀ ਕੋਈ ਨਹੀਂ ਸੀ ਜਾਣਦਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਤੂੰ ਇੰਨੀ ਉਸਤਤ ਕਰਾਤੀ। ਬਲਿਹਾਰ ਬਲਿਹਾਰ। ਇਸ ਕਰਕੇ ਅਸਾਂ ਕੀ ਵਾਰ ਦਾ ਬਚਨ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੈ ਦਿਵਹਾੜੀ ਸਤਵਾਰ। ਜਿਨ ਮਾਨਸ ਤੇ ਦੇਵਤੇ ਕੀ। ਇਹ ਦੇਵਤੇ ਦਾ ਮਤਲਬ, ਬੱਚੇ ਵੀ ਬੈਠੇ ਨੇ, ਕਿਤੇ ਦੇਵਤੇ ਦਾ ਮਤਲਬ ਇਹ ਨਹੀਂ ਕਿ ਪਿੰਡੇ ਤੇ ਵਿਭੂਤੀ ਮਿਲੀ ਹੈ ਤੇ ਮੋਢੇ ਤੇ ਧਨੁਸ਼ ਟੰਗਿਆ ਤੇ ਸਿਰ ਤੇ ਵਾਲ ਖੁੱਲ। ਨਹੀਂ, ਦੇਵਤੇ ਦਾ ਮਤਲਬ ਉਹ ਅਵਸਥਾ, ਜਿਸ ਅਵਸਥਾ ਦੇ ਵਿੱਚ ਦੇਵ ਦਾ ਮਤਲਬ ਹੁੰਦਾ ਚਾਨਣ, ਪ੍ਰਕਾਸ਼। ਸਾਡੇ ਜੀਵਨ ਅੰਦਰ ਗਿਆਨ ਦਾ ਪ੍ਰਕਾਸ਼ ਹੋਏ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ। ਸਤਿਪੁਰਖ ਦੀ ਪਛਾਣ ਕਰਨ ਵਾਲੇ ਸਤਿਗੁਰੂ ਨੇ। ਤਿਸ ਕੈ ਸੰਗ ਸਿੱਖ ਉਧਰੈ, ਤੇ ਉਸ ਸਤਿਗੁਰੂ ਦੇ ਸੰਗ ਸਿੱਖ ਦਾ ਉਧਾਰ ਹੁੰਦਾ। ਕਿਵੇਂ ਉਧਾਰ ਹੁੰਦਾ? ਨਾਨਕ ਹਰ ਗੁਣ ਗਾਓ। ਇਸ ਕਰਕੇ ਸਤਿਗੁਰੂ ਜੀ ਦੇ ਸੰਗ ਬੈਠ ਕੇ ਉਹਦੇ ਗੁਣ ਗਾਣੇ ਚਾਹੀਦੇ। ਅਸ਼ਟਪਦੀ ਪਹਿਲਾ ਪਦਾ ਸੁਣੋ, ਸਤਿਗੁਰੂ ਜੀ ਕੀ ਕਰਦੇ ਨੇ। ਬਲਿਹਾਰ ਜਾਣ ਦਾ ਅੱਜ ਵੇਲਾ। ਅੱਜ ਦਾ ਬਚਨ ਸਤਿਗੁਰੂ ਤੋਂ ਕਰੋੜਾਂ ਵਾਰੀ। ਜੇ ਸੌ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਅੱਜ ਗੁਰੂ ਤੋਂ ਬਲਿਹਾਰ ਜਾਣ ਦਾ ਵੇਲਾ ਹੈ। ਗੁਰੂ ਨੂੰ ਕਹਿਣਾ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸਤ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਮੇਰੇ ਮਨ ਕਿੱਥੇ ਤੁਰਿਆ ਹੋਇਆ? ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਕਿੱਥੇ ਤੁਰਿਆ ਹੋਇਆ?
ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁਨ ਅਗਨ ਕਟੇ ਸਭ ਤੇਰੇ। ਗੁਰੂ ਆਖ ਤਾਂ ਸਹੀ, ਬੋਲ ਧੰਨ ਗੁਰੂ ਨਾਨਕ, ਬੋਲ ਧੰਨ ਗੁਰੂ ਤੇਗ ਬਹਾਦਰ ਸਾਹਿਬ, ਤੇਰੇ ਪਾਪ ਕੱਟਣੇ ਸ਼ੁਰੂ ਹੋਣਗੇ। ਬਾਣੀ ਜੋ ਕਹਿੰਦੀ ਉਹ ਸੱਤ ਹੈ, ਤ੍ਰੈ ਲੋਕੀ ਸੱਤ ਹੈ। ਗੁਰ ਨੈਣ ਬੈਣ ਗੁਰ ਗੁਰ ਕਰੋ, ਕਹਿੰਦੇ ਗੁਰੂ ਆਖੋ ਤੇ ਸਹੀ, ਜ਼ੁਬਾਨ ਤੋਂ ਗੁਰੂ ਆਖੋ, ਅੱਖਾਂ ਦੇ ਵਿੱਚ ਗੁਰੂ ਵਸਾਓ। ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀਂ ਗੁਰ ਪੈਰ ਧਰਾਈ। ਕੌਣ ਹੈ? ਦੇਖੋ ਤਿੰਨੋਂ ਗੱਲਾਂ, ਇੱਕ ਸਤਿਪੁਰਖ, ਇੱਕ ਸਤਿਗੁਰੂ ਤੇ ਇੱਕ ਸਤਿਗੁਰੂ ਦਾ ਸਿੱਖ। ਤੇ ਉਹ ਸਿੱਖ ਤਾਂ ਬਣੇਗਾ ਜੇ ਇਸ ਬਾਣੀ ਵਾਲੇ ਮਾਰਗ ਤੇ ਚੱਲੇਗਾ। ਚਾਰੋਂ ਗੱਲਾਂ ਅੱਜ ਇਹਨਾਂ ਪਦੀਆਂ ਵਿੱਚ ਪਈ ਹੈ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸਿੱਖ ਦੀ ਪ੍ਰਤਪਾਲ ਕਰਨ ਵਾਲਾ ਹੈ ਗੁਰੂ। ਸੇਵਕ ਕੋ ਗੁਰ ਸਦਾ ਦਿਆਲ, ਆਪਣੇ ਸੇਵਕ ਦੇ ਉੱਤੇ ਸਦਾ ਦਿਆਲ। ਹੁਣੇ ਪੜਿਆ ਕਿ ਸਦਾ ਹੀ, ਕਿ ਜਿੱਥੇ ਸੇਵਕ ਹੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਕਿੰਨਾ ਕੁਛ ਹੈ, ਕਿੱਡੀ ਬਖਸ਼ਿਸ਼ ਹੈ। ਸੇਵਕ ਕੋ ਗੁਰ ਸਦਾ ਦਿਆਲ, ਗੁਰੂ ਸਦਾ ਹੀ ਸੇਵਕ ਉੱਤੇ ਦਿਆਲੂ ਹੈ, ਸਦਾ ਹੀ ਦਿਆਲੂ। ਜਿੱਥੇ ਗੁਰੂ का ਸਿੱਖ ਬੈਠਾ ਹੈ, ਉਥੇ ਗੁਰੂ ਕੇ ਸਿੱਖ ਦੀ ਕਿਰਪਾ ਹੈ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਆਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੇਵਕ ਕੇ ਭਰਪੂਰ ਜੁਗ ਜੁਗ, ਵਾਹ ਗੁਰੂ ਤੇਰਾ ਸਭ ਸਦਕਾ। ਸੇਵਕ ਦੇ ਨਾਲ ਹੈ, ਤੇਰੇ ਸੇਵਕ ਹਾਂ। ਪਰ ਸੇਵਕ ਦੀ ਪਰਿਭਾਸ਼ਾ ਸੁਣਿਓ, ਚਾਕਰ ਲੱਗੇ ਚਾਕਰੀ, ਜੇ ਚੱਲੈ ਖਸਮੈ ਭਾਏ, ਖੁਰਮਤ ਤਿਸ ਨੂੰ ਅਗਲੀ ਉਪਜੋ ਵੀ ਧੂਣਾ ਦੂਣਾ ਖਾਏ। ਪਰ ਯਾਦ ਰੱਖਿਓ, ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਵਜੋ ਗੁਲਾਬ ਗਵਾਏ ਅਗਲਾ, ਮੋਹੇ ਮੋਹ ਪਾਣਾ ਖਾਏ। ਇਸ ਕਰਕੇ ਮਹਾਰਾਜ ਜੀ ਸੇਵਕ ਦੀ ਪਰਿਭਾਸ਼ਾ ਦੱਸਦੇ ਨੇ, ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤੇ ਆਇਆ ਉਹ ਨਹੀਂ ਮੰਦੇ। ਜੇ ਗੁਰੂ ਅਮਰਦਾਸ ਜੀ ਨੂੰ ਪੁੱਛੀਏ, ਮਹਾਰਾਜ ਤੁਸੀਂ ਸਿੱਖ ਦੀ ਪਰਿਭਾਸ਼ਾ ਤੇ ਦੱਸੋ, ਮਹਾਰਾਜ ਜੀ ਕਹਿਣਗੇ, ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ। ਸਿੱਖ ਉਹ ਹੈ ਜਿਹੜਾ ਗੁਰੂ ਦੇ ਸਨਮੁਖ ਹੈ। ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੈ, ਜੇ ਗੁਰੂ ਨੂੰ ਜਿਉ ਚੇਤੇ ਕਰੇਗਾ, ਫਿਰ ਸੱਚੀ ਮੁੱਚੀ ਸੇਵਕ ਕੋ ਗੁਰ ਸਦਾ ਦਿਆਲ, ਸਦਾ ਦਿਆਲ ਜਿਉ ਰਹੈ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਈ। ਗੁਰੂ ਤੋਂ ਬਿਨਾ ਕੋਈ ਹੋਰ ਜਾਣ ਸਕਦਾ ਹੈ? ਕੋਈ ਨਹੀਂ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਉਹ ਸਿੱਖ ਸਨਮੁਖ ਹੈ, ਉਹ ਹੈ ਸਿੱਖ। ਤੇ ਜੇ ਗੁਰੂ ਰਾਮਦਾਸ ਜੀ ਨੂੰ ਪੁੱਛੀਏ, ਮਹਾਰਾਜ ਸਿੱਖ ਆਪ ਜੀ ਦੇ ਦਰ ਤੇ ਪ੍ਰਵਾਨ ਹੈ? ਮਹਾਰਾਜ ਕਹਿੰਦੇ ਸਿੱਖ ਇੱਕ ਵਾਰੀ ਪ੍ਰਵਾਨ ਹੈ, ਪਰ ਦੁਬਾਰਾ ਪ੍ਰਵਾਨ ਨਹੀਂ। ਇਹਦਾ ਮਤਲਬ ਕੀ ਹੋਇਆ ਕਿ ਇੱਕ ਵਾਰੀ ਤੁਸੀਂ ਪ੍ਰਵਾਨ ਕਰ ਲਿਆ, ਦੁਬਾਰਾ ਪ੍ਰਵਾਨ ਨਹੀਂ ਕੀਤਾ। ਕਹਿੰਦੇ ਇੱਕ ਵਾਰੀ ਸਿੱਖ ਸਿੱਖ ਬਣ ਕੇ ਆਏਗਾ, ਪਰ ਸਿੱਖ ਜਿੰਨਾ ਚਿਰ ਤੱਕ ਗੁਰਸਿੱਖ ਨਹੀਂ ਬਣੇਗਾ, ਉਹਨਾਂ ਚਿਰ ਤੱਕ ਗੁਰੂ ਦੀ ਖੁਸ਼ੀ ਨਹੀਂ ਲਏਗਾ। ਇਹ ਸੁਣਿਓ, ਕੌਣ ਹੈ ਸਿੱਖ? ਗੁਰ ਸਤਿਗੁਰ ਕਾ ਜੋ ਸ਼ੁਰੂਆਤ ਸਿੱਖ ਤੋਂ ਹੈ, ਪਰ ਸਿਖਰ ਗੁਰਸਿੱਖੀ ਦਾ ਹੈ। ਉਹ ਸਿਖਰ ਇਸ ਲਈ ਹੈ ਕਿ ਕੱਲਾ ਆਪਣੇ ਆਪ ਨੂੰ ਸਿੱਖ ਕਹਿਣਾ ਗੁਰੂ ਦੀ ਸੰਗਤ ਨਹੀਂ ਹੈ। ਮੈਨੂੰ ਖਿਮਾ ਬਖਸ਼ਿਓ, ਇਹ ਦਾਅਵੇ ਨਾਲ ਕਹਿ ਦੇਣਾ ਨਹੀਂ ਜੀ ਅਸੀਂ ਵੀ ਸਿੱਖ ਹੁੰਦੇ ਹਾਂ, ਦੱਸ ਕੇ ਕਹਿਣਾ ਜੀ ਸਿੱਖ ਉਹ ਹੈ ਜਿਹੜਾ ਗੁਰੂ ਦੀ ਕਾਰ ਕਮਾਏਗਾ ਤੇ ਗੁਰਸਿੱਖ ਹੋਏਗਾ। ਗੁਰਸਿੱਖ ਦਾ ਮਤਲਬ ਜਿਸ ਸਿੱਖ ਦੇ ਨਾਲ ਗੁਰੂ ਸਦਾ ਹੈ, ਜਿਹੜਾ ਕਹਿੰਦਾ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਰ ਹੈ। ਉਹ ਨਾਲ ਹੈ, ਸਦਾ ਹੀ ਨਾਲ ਹੈ। ਇਹਨੂੰ ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ, ਇੱਕ ਇੱਕ ਅੱਖਰ ਸਮਝੋ। ਪਹਿਲਾਂ ਸਿੱਖ ਹੈ, ਸਿੱਖ ਅਖਾਏ, ਫਿਰ ਉਹ ਕਮਾਈ ਕਰੇਗਾ। ਸੂ ਭਲਕੇ ਉਠ ਹਰ ਨਾਮ ਧਿਆਵੈ। ਅਸੀਂ ਕਹਿੰਦੇ ਨਹੀਂ ਜੀ ਜਿਸ ਵੇਲੇ ਮਰਜ਼ੀ ਜਪ ਲਓ ਉਹੀ ਅੰਮ੍ਰਿਤ ਵੇਲਾ। ਪਰ ਗੁਰੂ ਰਾਮਦਾਸ ਜੀ ਨੇ ਕਿਹਾ ਸੁਣਿਓ, ਭਲਕੇ ਦਾ ਮਤਲਬ ਕਈ ਕੱਲ ਤੇ ਲੰਘੇ ਹੋਏ ਕੱਲ, ਆਉਣ ਵਾਲੇ ਕੱਲ ਨੂੰ ਵੀ ਕਰਦੇ ਹੈ। ਮਹਾਰਾਜ ਜੀ ਨੇ ਅੱਗੇ ਬਚਨ ਦਿੱਤਾ, ਉਦਮ ਕਰੇ ਭਲਕੇ ਪ੍ਰਭਾਤੀ। ਸੂਰਜ ਉਗਣ ਵੇਲਾ ਪ੍ਰਭਾਤ ਹੁੰਦਾ ਹੈ, ਸੂਰਜ ਉਗਣ ਤੋਂ, ਉਹਨੂੰ ਅੰਮ੍ਰਿਤ ਵੇਲਾ ਕਿਹਾ। ਐਵੇਂ ਸਿੱਖ ਨਹੀਂ ਬਣ ਸਕਦਾ ਕੋਈ। ਇਹ ਚਾਲ ਸੌਖੀ ਨਹੀਂ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੀ। ਅਸੀਂ ਕਹਿ ਦਈਏ ਨਹੀਂ ਜੀ ਅਸੀਂ ਸਿੱਖ ਹੋ ਗਏ ਹਾਂ, ਅਸੀਂ ਸੇਵਕ ਬਣ ਗਏ, ਹੁਣ ਤੇ ਸਾਡੇ ਨਾਲ ਸਦਾ ਗੁਰੂ ਹੈ। ਸੇਵਕ ਬਣਨਾ ਪਏਗਾ। ਚਰਨ ਸ਼ਰਨ ਗੁਰ
एक पैंडा जाए चल सतगुर कोट पैंडा, आगे होए लेत है। तुरना पएगा, एक कदम पुटना पएगा। उदम करे भलके प्रभाती, इशनान करे अमृतसर नहावै, उपदेश गुरु हर हर जप जापै, सब किल बिक पाप दोख लह जावै। फिर ये नहीं कि कला कहता सिख गुरु घर आ गए तो सिख हो गए, नहीं। उदम करे पलके प्रभाती, इशनान करे अमृतसर नहावै, उपदेश गुरु हर हर जप जापै, सब किल बिक पाप दोख लै जावै। फिर आख्या, फिर चढ़ै दिवस, तीजी वारी फिर आख्या कि वेला सांभी तां सिख हैं। फिर चढ़ै दिवस गुरबाणी गावै, बहंदियां उठदियां हर नाम ध्यावै। हुण सिख नहीं होएगा, पढ़ो, जो सास गिरास ध्याए मेरा हर हर, सो गुरसिख गुरु मन पावै। हुण गुरसिख हो गया, जिहड़ा सास सास चेते करे, जिहड़ा सदा ही हर एक सवास नाल गुरु गुरु आखे। सज्जा पैर रखिए गुरु आखिए, खब्बा रखिए सज्जा रखिए वाह आखिए, खब्बा रखिए गुरु आखिए। सा अंदर लईए वाह आखिए, सा बाहर कढ़िए गुरु आखिए। सदा ही काम करदियां गुरु गुरु आखिए, सदा ही आखिए। बारंबार बार प्रभ जपीए, पी अमृत एह मन तन तरपीए। सेवक को गुर सदा दयाल, सेवक की परिभाषा करड़ी है। बाट हमारी खरी उडीनी, खनियों तिखी बहुत पईनी, उस ऊपर है मार्ग मेरा। खंडे धार मार्ग है, वाल वालों निकी पुर सलात है, वालों तो बरीक मार्ग है। इस मार्ग ते तुरिया बिल्कुल भी कदम थिड़क नहीं सकते। जेड़े थिड़क गए वो गए, जेड़े तुर गए वो प्रवान हो गए। वो कहते फिर गुरसिख मीत चलो गुर चाली, जो गुर कहे सोई भल मानो, हर हर कथा निरालो। सेवक को गुर सदा दयाल, सिख की गुर दुरमत मलहिर है। सिख दी दुरमत मैली मत नू खो लैण वाला गुरु है। मैला मन गुरु का सिख लैके आउंदा है ते गुरु उन्हों निर्मल बाणी दे नाल निर्मल कर दिंदा है, ज्ञानी बना दिंदा है। गुर बचनी हर नाम उचरै, गुरु नूं जे ध्याउणा है, जे वाहिगुरू नूं ध्याउणा है, फिर गुरु दा बचन है। बचन है हुक्म, ते हुक्म की है? हुक्म यह है, आवो सिख सतगुरु के प्यारियो गावो सच्ची बाणी। हुक्म यह है, आवो संत प्यारियो कत की कर है कहानी। हुक्म यह है, बाणी गुरु गुरु है बाणी बिच बाणी अमृत सारे। गुर बाणी का है सेवक जन मानै, जे मान लेगा पर तख गुरु निस्तार है, उन्होंने गुरु पार तारा कर देगा। इनू साहिब जी कहते गुर बचनी हर नाम उचरै। गुरु का हुक्म, बचन का मतलब है हुक्म। अं कहते ना फलाने ने बचन करता, हुण मनना पएगा। जो गुरु ने बचन कर दिता, उपदेश जे दिता सतगुरु, सो सुनिया सिखी कन्ने। यह चाल निराली गुरमुखी गुर दीख्या, सुन मन भिन्ना, तुरना पएगा। अगे साहिब जी बख्शिश करते हैं, सतगुर सिख के बंधन काटै गुर का सिख, विकार ते हटै। सारे बंधन काटते, सारे विकारां दे बंधन कटते, माया दे बंधन कटते। महाराज गुरु नानक साहब का बचन, बाबा माया साथ ना होए, इन माया जग मोहया बिरला बूझै कोय। माया नहीं त्यागनी, माया का मोह त्यागना है। महाराज जी कहते मोह दे वस नहीं होना। सतगुरु गुर का सिख विकार ते हटे, विकारां तो हटा देंदे सतगुरु जी। यह है ना, अवर पंच हम एक जना, क्यों राखै कर बार मना। मारे हैं लूटे हैं नीत नीत, किस आगे करी पुकार जना। विकार तो हटाने वाला श्री राम नामा उचर मना। यह है सतगुर सिख को नाम धन दे, ये सब तो वड्डी दात है। रोज़ अरदास दे विच सुणदे हो, सिखां नूं सिखी दान, केस दान, रहत दान, विवेक दान, विसा दान, भरोसा दान, ते सारे जपो दाना सिर दान, नाम दान। दाना तो दान वड्डा दान, नाम दा दान गुरु दिंदा है। नाम वो है जिहड़ा अंदर वस जांदा, जिहड़ा कोई खो नहीं सकदा। गुर का बचन बसै जी नाले, जल नहीं डूबै, तस्कर नहीं लेवै, भाए ना साकै जल। उन्होंने कोई जाल भी नहीं पा सकता। निर्धन कहो धन, ये नाम है। अंदले कोटे क जिवें अन्ने नूं सोटी मिल जाए, सहारा मिल जाए, तुर पैंदा है। साडे वर्गे नूं गुरु का बचन शब्द मिल जाए, इस सुरत के मार्ग ते सतगुर सानू आप तोर लैणगे।
ਸਤਿਗੁਰ ਸਿੱਖ ਕੋ ਨਾਮ ਧਨ ਦੇ, ਸਭ ਤੋਂ ਬੇਸ਼ਕੀਮਤੀ ਧਨ ਹੈ, ਇਹਨੂੰ ਕੋਈ ਖਰੀਦ ਨਹੀਂ ਸਕਦਾ। ਇਹ ਰੋਜ਼ ਪੜ੍ਹਦੇ ਹੋ ਤੁਸੀਂ ਆਨੰਦ ਸਾਹਿਬ 'ਚ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਇਹ ਰੋਜ਼ ਪੜ੍ਹਦੇ ਹੋ ਕਿ ਤੂੰ ਬਿਲਕੁਲ ਜਪਜੀ ਸਾਹਿਬ ਦਾ ਬਚਨ ਪੜ੍ਹੋ, ਅਮੁੱਲ ਗੁਣ, ਆ ਅਮੁੱਲ ਹੈ, ਕੋਈ ਗੁਣ ਕੋਈ ਖਰੀਦ ਸਕਦਾ? ਅਮੁੱਲ ਗੁਣ ਅਮੁੱਲ ਭੰਡਾਰ ਹੈ, ਇਹ ਵਪਾਰ ਹੈ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ। ਰੋਜ਼ ਆਨੰਦ ਸਾਹਿਬ 'ਚ ਵੀ ਪੜ੍ਹਦੇ ਹੋ, ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ, ਕਿਸੈ ਵਿਟੋਂ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੋਂ, ਸਿਰ ਸੌਂਪੀਆ ਵਿੱਚੋਂ ਆਪ ਜਾਏ। ਜਿਸ ਦਾ ਜਿਉ ਤਿਸ ਮਿਲ ਰਹਿ, ਹਰ ਵਸੈ ਮਨ ਆਏ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਵੱਡੇ ਭਾਗਾਂ ਵਾਲਾ ਬਣਦਾ ਸਿੱਖ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਹਲਤ ਵੀ, ਇਹ ਵੀ ਸਵਾਰਤਾ, ਤੇ ਪਲਤ ਵੀ, ਕੱਲ ਵੀ ਸਵਾਰਤਾ, ਇੱਥੇ ਦਾ ਵੀ ਸਵਾਰਤਾ, ਲੋਕ ਵੀ ਸਵਾਰਤਾ। ਲੋਕ ਸੁਖੀਏ ਪਰ ਲੋਕ ਸੁਹੇਲੇ, ਦੋਨੋਂ ਸਵਾਰਤਾ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ, ਜਿੰਦ ਨਾਲ ਸੰਭਾਲ ਕੇ ਰੱਖਦਾ। ਭਾਈ ਮੁਗਲੂ ਸਿੱਖ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਦਾ, ਮਹਾਰਾਜ ਦੀ ਜੰਗ ਦੇ ਵਿੱਚ ਜ਼ਖਮੀ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਉਹਦਾ ਸਿਰ ਗੋਦ ਵਿੱਚ ਲਿਆ। ਗੁਰੂ ਸਾਹਿਬ ਦੀ ਗੋਦ 'ਚ ਭਾਈ ਮੁਗਲੂ ਦਾ ਸਿਰ ਹੈ, ਜੀ ਨਾਲ ਸੰਭਾਲੇ। ਮਹਾਰਾਜ ਨੇ ਘੁੱਟ ਕੇ ਗਲਵਕੜੀ ਪਾਈ, ਵੇ ਮੁਗਲੂ, ਗੁਰੂ ਦੀ ਤੇਰੇ ਤੇ ਅਪਾਰ ਖੁਸ਼ੀ ਹੈ, ਮੰਗ ਲੈ ਜੋ ਮੰਗਣਾ। ਤੇ ਮੁਗਲੂ ਕਹਿੰਦਾ, ਸਤਿਗੁਰ ਜੀ ਮੈਨੂੰ ਨਹੀਂ ਪਤਾ ਮੇਰੇ ਸਵਾਸ ਕਦ ਨਿਕਲ ਜਾਣੇ ਆ, ਮੇਰੇ ਸਵਾਸ ਨਿਕਲਣ ਵਾਲੇ ਨੇ, ਬਸ ਇੱਕ ਕਿਰਪਾ ਕਰਿਓ, ਗੋਦ ਗੁਰੂ ਦੀ ਹੋਏ ਤੇ ਸੀਸ ਮੁਗਲੂ ਦਾ ਹੋਏ ਜਦ ਮੇਰੇ ਸਵਾਸ ਨਿਕਲਣ। ਉਹਨੂੰ ਲੱਗਿਆ ਕਿ ਮੈਂ ਹੁਣ ਇਸ ਫਾਨੀ ਸੰਸਾਰ ਨੂੰ ਛੱਡ ਜਾਣਾ। ਮਹਾਰਾਜ ਕਹਿੰਦੇ, ਵੇ ਮੁਗਲੂ, ਨਹੀਂ, ਇਸ ਜਾਮੇ 'ਚ ਤੂੰ ਇਹ ਸਰੀਰ ਨਹੀਂ ਛੱਡਣਾ। ਇਹ ਤੂੰ ਕੀ ਮੰਗ ਲਿਆ? ਤੂੰ ਚਲੇ ਜਾਣਾ, ਅਸੀਂ ਇਹ ਸਰੀਰ ਕਰਕੇ ਇਸ ਗੁਰੂ ਨੇ ਓਲਾ ਕਰ ਦੇਣਾ ਸਰੀਰ ਦਾ, ਪਰ ਮੁਗਲੂ ਤੂੰ ਇਸ ਜਾਮੇ 'ਚ ਨਹੀਂ ਜਾਣਾ। ਪਰ ਮਹਾਰਾਜ ਫਿਰ ਮੇਰਾ ਕੀ ਹੋਏਗਾ? ਫਿਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਮੁਗਲੂ ਜੋ ਬਚਨ ਕਰਤਾ ਸਿੱਖ ਨੇ ਗੁਰੂ ਅੱਗੇ, ਗੁਰੂ ਕਮਾਏਗਾ। 9ਵੇਂ ਜਾਮੇ 'ਚ ਜਦ ਗੁਰੂ ਤੇਗ ਬਹਾਦਰ ਸਾਹਿਬ ਮਾਲਵੇ ਰਟਣ ਵੱਲ ਗਏ ਨੇ, ਉੱਥੇ ਭਾਈ ਮੁਗਲੂ ਦੇ ਘਰ ਪਹੁੰਚੇ ਨੇ, ਅੰਤਮ ਸਵਾਸ ਲੈਂਦਾ ਸੀ। 9ਵੇਂ ਜਾਮੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ 6ਵੇਂ ਜਾਮੇ 'ਚ ਹੋਇਆ। 9ਵੇਂ ਜਾਮੇ 'ਚ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਮੁਗਲੂ ਦੇ ਸਵਾਸ ਆਪਣੇ ਗੋਦ ਵਿੱਚ ਰੱਖ ਕੇ ਕਢਵਾਏ। ਇਹਨੂੰ ਕਿਹਾ ਕਿ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰਿਆ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰਿਆ। ਅੱਗੇ ਫਿਰ ਬਚਨ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ। ਹੁਣ ਗੁਰ ਕੈ ਗ੍ਰਹਿ ਕੀ ਹੈ? ਗੁਰੂ ਦਾ ਘਰ ਕਿਹੜਾ? ਜਦ ਅਸੀਂ ਕਿਸੇ ਦੇ, ਅੱਛਾ ਤੁਸੀਂ ਗੁਜਰਾਤ ਚਲੇ ਜਾਓ, ਮਹਾਰਾਸ਼ਟਰ ਚਲੇ ਜਾਓ ਨਾ, ਉੱਥੇ ਹਰ ਘਰ ਦੀ ਆਪਣੀ ਮਰਿਆਦਾ ਹੈ। ਅਸੀਂ ਕਹਿੰਦੇ ਹਾਂ ਇਕੱਲੇ ਅਸੀਂ ਗੁਰਦੁਆਰੇ ਆਉਂਦੇ ਹਾਂ, ਜੋੜੇ ਲਾ ਕੇ ਆਉਂਦੇ ਹਾਂ। ਕਈ ਘਰਾਂ ਦੀ ਮਰਿਆਦਾ ਹੁੰਦੀ ਹੈ, ਬਈ ਚੱਪਲਾਂ ਬਾਹਰ ਲਾ ਕੇ ਆਓ। ਤੁਸੀਂ ਗੁਜਰਾਤ ਦੇ ਵਿੱਚ, ਮੈਂ ਸਿੰਧੀਆਂ ਦੇ ਘਰ ਗਿਆ, ਉਹਨਾਂ ਦੇ ਘਰ ਦੀ ਇਹ ਮਰਿਆਦਾ ਕਿ ਉੱਚੀ ਨਹੀਂ ਬੋਲਣਾ। ਜੇ ਉਹ ਥੱਲੇ ਤੇ ਉੱਤੇ ਫਸਟ ਫਲੋਰ 'ਚ ਉਹਨਾਂ ਦੇ ਬੱਚੇ ਰਹਿੰਦੇ ਤੇ ਉਹਨਾਂ ਨੇ ਘੰਟੀ ਰੱਖੀ ਹੋਈ ਹੈ, ਘੰਟੀ ਵਜਾ ਕੇ ਬੱਚਿਆਂ ਨੂੰ ਬੁਲਾਉਂਦੇ ਨੇ। ਹਰ ਘਰ ਦੀ ਆਪਣੀ ਮਰਿਆਦਾ ਹੁੰਦੀ ਹੈ ਬਈ, ਹਰ ਘਰ ਦੀ ਆਪਣੀ। ਇਸ ਕਰਕੇ ਜਿਹੜਾ ਗੁਰੂ ਦੀ ਘਰ ਦੀ ਮਰਿਆਦਾ ਹੈ ਨਾ, ਉਹ ਗੁਰੂ ਕੇ ਸੇਵਕ ਨੂੰ ਮੰਨਣੀ ਪਏਗੀ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਜਿਹੜਾ ਸਿੱਖ ਇਸ ਹਿਰਦੇ ਵਿੱਚ ਗੁਰੂ ਦਾ ਗ੍ਰਹਿ ਬਣਾਉਂਦਾ ਹੈ, ਗੁਰੂ ਦਾ ਟਿਕਾਉਣਾ ਬਣਾਉਂਦਾ ਹੈ, ਗੁਰ ਕੀ ਆਗਿਆ ਮਨ ਮੈਂ ਸਹਿ, ਗੁਰੂ ਦੇ ਹੁਕਮ ਨੂੰ ਅੰਦਰ ਕਮਾਏਗਾ। ਫਿਰ ਮਹਾਰਾਜ ਕਹਿੰਦੇ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ। ਸੇਵਕ ਦੀ ਪਰਿਭਾਸ਼ਾ ਹੈ ਮਨ ਨੂੰ ਵੇਚ ਦੇਣਾ। ਹਉ ਤਨ ਅਰਪੀ ਸਭ ਮਨ ਅਰਪੀ, ਸਭ ਕੁਛ ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾਂ, ਹਉ ਸਿਰ ਅਰਪੀ ਤਿਸ ਮੀਤ ਪਿਆਰੇ। ਉਹਨੂੰ ਦੇ ਦੇਣਾ। ਇਹਨੂੰ ਮਹਾਰਾਜ ਜੀ ਕਹਿੰਦੇ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ। ਤੇ ਅਗਲਾ ਬਚਨ ਪੜੋ, ਜਿਸ ਕਾਰਜ ਰਾਸ ਹੁੰਦੇ ਨੇ ਉਹਦੀ ਸ਼ਰਤ ਹੈ, ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕੋ ਹੋਤ। 13ਵੀਂ ਸਦੀ ਦੇ ਵਿੱਚ ਲੇਲਾਂ ਵਾਲਾ ਸਾਧ, ਉਹ ਬਗਦਾਦ ਦੀ ਧਰਤੀ ਤੋਂ ਮੁਲਤਾਨ ਪਾਕਿਸਤਾਨ ਵਿੱਚ ਆਇਆ ਤੇ ਉਹਨੇ ਮਜ਼ਾਰ ਬਣਾ ਲਈ, ਕਬਰ ਬਣਾ ਲਈ। ਲੇਲੇ ਵਾਲੇ ਸਾਧ ਨੇ, ਉਹਨੂੰ ਲੋਕੀ ਪੂਜਣ ਲੱਗ ਗਏ।
ਹੌਲੀ ਹੌਲੀ ਪੰਜਾਬ ਦੀ ਧਰਤੀ ਤੇ ਅਸਰ ਹੋ ਗਿਆ ਤੇ ਪੰਜਾਬ ਦੇ ਲੋਕ ਹੁਸ਼ਿਆਰਪੁਰ ਤੱਕ ਅੱਗੇ ਤੱਕ ਲੋਕੀ ਉਹਨੂੰ ਲੇਲਾਂ ਵਾਲੇ ਸਾਧ ਨੂੰ ਪੂਜਣ ਲੱਗ ਗਏ। ਮੁਰੀਦ ਸੀ, ਉਹਦੇ ਮੁਰੀਦ ਬਣ ਗਏ। ਉਹਦੇ ਵਿੱਚੋਂ ਇੱਕ ਭਾਈ ਮੰਝ ਵੀ ਸਖੀ ਸਰਵਰ ਦਾ ਪੁਜਾਰੀ ਬਣ ਗਿਆ। ਉਹਦਾ ਨਾਮ ਸਖੀ ਸਰਵਰ ਪਿਆ, ਸੈਯਦਾਂ ਦਾ। ਉਹ ਸਖੀ ਸਰਵਰਾਂ ਦੀ ਮਜ਼ਾਰ ਤੇ ਹੁਸ਼ਿਆਰਪੁਰ ਤੋਂ ਜਾਂਦਾ ਰਿਹਾ ਨਿਤ ਮੁਲਤਾਨ। ਫਿਰ ਉਹ ਸਿਆਲਕੋਟ ਦੇ ਪਿੰਡ 'ਚ ਉਹਨਾਂ ਦੀ ਮਜ਼ਾਰ ਸੀ। ਇੱਕ ਦਿਨ ਭਾਈ ਮੰਝ ਸਖੀ ਸਰਵਰ ਦਾ ਜਿਹੜਾ ਪੁਜਾਰੀ ਹੈ ਆਪਣੇ ਜੱਥੇ ਨੂੰ ਲੈ ਕੇ ਮੁਲਤਾਨ ਤੋਂ ਵਾਪਸ ਆ ਰਿਹਾ ਸੀ ਤੇ ਹੁਸ਼ਿਆਰਪੁਰ ਜਾਂਦੇ ਰਸਤੇ 'ਚ ਅੰਮ੍ਰਿਤਸਰ ਦੀ ਸ਼ੋਭਾ ਸੁਣੀ ਸੀ। ਗੁਰੂ ਅਰਜਨ ਸਾਹਿਬ ਜੀ ਦੇ ਦਰ ਤੇ ਪਹੁੰਚਿਆ ਤੇ ਸ਼ੋਭਾ ਦੇ ਕੇ ਹੈਰਾਨ ਹੋ ਗਿਆ। ਗੁਰੂ ਕੇ ਸਿੱਖਾਂ ਦੀ ਵਡਿਆਈਆਂ ਸੁਣ ਕੇ ਹੈਰਾਨ ਹੋ ਗਿਆ ਤੇ ਮਹਾਰਾਜ ਨੂੰ ਕਹਿੰਦਾ, ਮਹਾਰਾਜ ਸਿੱਖੀ ਬਖਸ਼ ਦਿਓ। ਤੇ ਗੁਰੂ ਅਰਜਨ ਸਾਹਿਬ ਮੁਸਕਰਾ ਕੇ ਕਹਿੰਦੇ, ਵੇ ਮੰਝ, ਵੇ ਪਿਆਰਿਆ, ਸਿੱਖੀ ਕਮਾਉਣੀ ਬਹੁਤ ਔਖੀ ਹੈ, ਸਿੱਖੀ ਐ ਨਹੀਂ ਮਿਲਦੀ। ਉਹਨੇ ਫਿਰ ਜਿੱਦ ਕੀਤੀ, ਨਹੀਂ ਸਤਿਗੁਰੂ ਜੀ ਸਿੱਖੀ ਬਖਸ਼ ਦਿਓ। ਫਿਰ ਮਹਾਰਾਜ ਜੀ ਨੇ ਕਿਹਾ, ਭਾਈ ਮੰਝ, ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਸਮਝ ਗਿਆ, ਮੈਂ ਸਖੀ ਸਰਵਰ ਦਾ ਪੁਜਾਰੀ ਹਾਂ। ਮੈਂ ਮਜ਼ਾਰਾਂ ਨੂੰ, ਅੱਜ ਵੀ ਪੰਜਾਬ 'ਚ ਮੁਸਲਮਾਨ ਮਜ਼ਾਰਾਂ ਮਸੀਤਾਂ ਮਜ਼ਾਰਾਂ ਨੂੰ ਨਹੀਂ ਪੂਜਦੇ, ਕਬਰਾਂ ਨੂੰ ਪੂਜਦੇ। ਸਾਡੇ ਸਿੱਖ ਵਹੀਰਾਂ ਕੱਤ ਕੇ ਤੁਰੇ ਹੋਏ ਨੇ ਪੰਜਾਬ ਦੇ ਵਿੱਚ। ਮਹਾਰਾਜ ਕਹਿੰਦੇ ਸਿੱਖੀ ਤੇ ਸਿੱਖੀ ਨਹੀਂ। ਹੁਸ਼ਿਆਰਪੁਰ ਆਪਣੇ ਘਰ ਦੇ ਵਿੱਚ, ਇਹਨੇ ਪਿੰਡ ਦੇ 10 ਕਿਲੋਮੀਟਰ ਦਾ ਪਿੰਡ ਸੀ ਹੁਸ਼ਿਆਰਪੁਰ ਤੋਂ, ਇਹਨੇ ਕਬਰ ਬਣਾਈ ਸੀ। ਕਬਰ ਨੂੰ ਢਾਹ ਦਿੱਤਾ। ਜਿਨ੍ਹਾਂ ਲੋਕਾਂ ਨੇ ਭਾਈ ਮੰਝ ਦੇ ਪੈਸੇ ਦੇਣੇ ਸੀ ਉਹ ਵੀ ਮੁਕਰ ਗਏ। ਲੋਕਾਂ ਨੇ ਨਿੰਦਾ ਬੜੀ ਕੀਤੀ, ਸਖੀ ਸਰਵਰ ਨੇ ਮਾੜਾ ਆਖਿਆ। ਇਹਦੇ ਪਸ਼ੂ ਡੰਗਰ ਵੀ ਖੋਲ ਕੇ ਲੈ ਗਏ। ਰਹਿੰਦਾ ਖੁੰਦਾ ਖਤਮ ਹੋ ਗਿਆ। ਸੱਚੀ ਮੁੱਚੀ ਇਹ ਖਾਣ ਪੀਣ ਤੋਂ ਵੀ ਗਿਆ। ਇੰਨੀ ਗਰੀਬੀ ਅੰਦਰ ਹਿਰਦੇ 'ਚ ਵਸ ਗਈ, ਕੱਖ ਨਹੀਂ ਰਿਹਾ। ਪਰ ਸਤਿਗੁਰੂ ਗੁਰੂ ਦਾ ਸੇਵਕ ਬਣ ਕੇ ਰਿਹਾ। ਸਤਿਗੁਰੂ ਨੇ ਅੰਮ੍ਰਿਤਸਰ ਤੋਂ ਹੁਕਮਨਾਮਾ ਭੇਜਿਆ। ਹੁਕਮਨਾਮਾ ਦੇਖ ਕੇ ਖੁਸ਼ ਹੋ ਗਿਆ। ਸਤਿਗੁਰੂ ਜੀ ਨੇ ਬੁਲਾਇਆ। ਹੁਕਮਨਾਮਾ ਕਦੀ ਸੀਨੇ ਨਾਲ ਲਾਏ, ਕਦੀ ਚੁੰਮੇ। ਗੁਰੂ ਕੋਲ ਗਿਆ ਤੇ ਸਤਿਗੁਰੂ ਕੋਲ ਸੇਵਾ ਕਰਨ ਲੱਗ ਗਿਆ ਤੇ ਲੱਕੜਾਂ ਦੀ ਸੇਵਾ ਕਰਦਾ ਸੀ ਲੰਗਰ 'ਚ। ਸਤਿਗੁਰੂ ਜੀ ਨੇ ਸਹਿਜ ਸੁਭਾਏ ਕਹਿਤਾ ਕਿ ਭਾਈ ਮੰਝ, ਗੁਰੂ ਕੋਲ ਸੇਵਾ ਵੀ ਨੇਹ ਕਾਮਨਾ ਦੇ ਨਾਲ ਕੀਤੀ ਜਾਂਦੀ ਹੈ, ਨਿਸ਼ਕਾਮ। ਤੇ ਭਾਈ ਮੰਝ ਨੇ ਕਮਾਈ ਕਰਨੀ ਸ਼ੁਰੂ ਕੀਤੀ। ਗੁਰੂ ਕੇ ਲੰਗਰ ਤੋਂ ਵੀ ਲੰਗਰ ਖਾਣਾ ਛੱਡ ਦਿੱਤਾ। ਤੇ ਇੱਕ ਦਿਨ ਮੀਂਹ ਪਿਆ, ਪੈਰ ਤਿਲਕਿਆ, ਖੂਹ 'ਚ ਡਿੱਗਿਆ। ਲੱਕੜਾਂ ਸਿਰ 'ਚ ਗਿੱਲੀ ਨਾ ਹੋ ਜਾਣ ਰੱਖੀਆਂ ਹੋਈਆਂ। ਮਹਾਰਾਜ ਭਾਈ ਮੰਝ ਨੂੰ ਕੱਢਣ ਆਏ ਤੇ ਆਖਿਆ ਕਿ ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ, ਜਗ ਲੰਘਣ ਹਾਰਾ। ਜੇ ਕੋਈ ਗੁਰੂ ਕਾ ਸਿੱਖ ਸੇਵਾ ਕਰਤ ਹੋਏ, ਨਹਿ ਕਾਮੀ, ਨਹਿ ਕਾਮਨਾ ਨਾਲ ਸੇਵਾ ਕਰੇ, ਫਿਰ ਗੁਰੂ ਕਹਿੰਦਾ ਮੰਝ ਗੁਰੂ ਪਿਆਰਾ। ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਇਹ ਵੀ ਬਖਸ਼ਿਸ਼ ਹੈ। ਜਿਹਦੇ ਉੱਤੇ ਸਤਿਗੁਰੂ ਜੀ ਕਿਰਪਾਲ ਹੋਣਗੇ, ਉਹਦੇ ਉੱਤੇ ਕਿਰਪਾਲੂ ਬਖਸ਼ਿੰਦ ਪ੍ਰਭੂ ਇਹ ਕਿਰਪਾ ਕਰਨਗੇ। ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਅਣਜਾਣ ਬੱਚੇ ਸਮਝ ਕੇ ਬਖਸ਼ ਦੇਣਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਅੰਤ ਉਪਰਾਲੇ ਕੀਤੇ ਜਾ ਰਹੇ ਨੇ। ਸ਼ਾਰਟ ਟਰਮ ਕੋਰਸਿਸ ਜਿਹੜਾ ਮਾਤਾ ਸੁੰਦਰੀ ਵਿਖੇ, ਜਿਹੜਾ ਸਰਦਾਰ ਜਤਿੰਦਰਪਾਲ ਸਿੰਘ ਜੀ ਗੋਲਡੀ, ਇਹਨਾਂ ਦੀ ਸਾਰੀ ਮੈਨੇਜਮੈਂਟ, ਇਹਨਾਂ ਦੇ ਸਾਰੇ ਸੇਵਕਾਂ ਰਾਹੀਂ ਇਹ ਬਹੁਤ ਸੋਹਣੇ ਉਪਰਾਲੇ ਕੀਤੇ ਜਾ ਰਹੇ ਨੇ। ਗੁਰੂ ਕੇ ਸਿੱਖੋ, ਸ਼ਾਰਟ ਟਰਮ ਕੋਰਸਿਸ 3 ਮਹੀਨਿਆਂ ਦੇ ਨੇ, ਇਸ ਵੇਲੇ ਚੱਲ ਰਹੇ ਨੇ। ਔਰ ਬੜੇ ਦਿੱਲੀ ਦੇ ਦੂਰ ਦੂਰ ਦੇ ਗੁਰੂ ਦੇ ਸਿੱਖ ਆ ਕੇ ਇਸ ਸ਼ਾਰਟ ਟਰਮ ਕੋਰਸਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹਾਸਿਲ ਕਰ ਰਹੇ ਨੇ, ਗੁਰੂ ਗੁਰਮਤਿ ਦਾ। ਇਸ ਤੋਂ ਉਪਰੰਤ 6 ਮਹੀਨੇ ਦੇ ਕੋਰਸਿਸ ਵੀ ਸ਼ੁਰੂ ਹੋਣ ਵਾਲੇ ਨੇ ਔਰ 1 ਸਾਲ ਦੇ ਤੇ 3 ਸਾਲ ਦੇ ਵੀ, ਭਾਵ ਕਿ BA ਤੇ MA 2 ਸਾਲ ਤੇ 3 ਸਾਲ ਦੇ ਵੀ ਸ਼ੁਰੂ ਹੋਣ ਵਾਲੇ ਨੇ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜਿਹੜੀ ਸੰਗਤ ਇਹ ਪਾਰਟ ਟਾਈਮ ਸ਼ਾਰਟ ਟਰਮ ਕੋਰਸਿਸ ਕਰਨਾ ਚਾਹੁੰਦੇ ਨੇ, ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਪਰਕ ਕਰਨ। ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸੋਹਣੇ ਕਾਰਜ, ਦੇਖੋ 3000 ਬੱਚੇ ਕੈਂਪ ਵਿੱਚ ਇਕੱਠੇ ਹੋਏ, 6000 ਮਾਤਾ ਪਿਤਾ ਇਕੱਠੇ ਹੋਏ ਪਿੱਛੇ, ਜਿਹੜੇ ਸਰਦਾਰ ਜਸਪ੍ਰੀਤ ਸਿੰਘ ਕਰਮ ਸਰ ਜੀ ਚੇਅਰਮੈਨ ਸਾਹਿਬ ਨੇ ਉਪਰਾਲੇ ਕੀਤੇ। ਔਰ ਪਿੱਛੇ ਮੈਂ ਬੰਗਲਾ ਸਾਹਿਬ ਵੀ ਬੇਨਤੀ ਕੀਤੀ ਸੀ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਉਰਦੂ ਦਾ ਸਰੂਪ ਜਿਹੜਾ ਸੀ ਸੇਵਕ ਦੇ ਘਰ ਪਿਆ, ਉਹ ਕਹਿੰਦੇ ਅਸੀਂ ਸੰਭਾਲ ਨਹੀਂ ਕਰ ਸਕਦੇ, ਉਹ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਭਾਲ ਕੀਤੀ, ਉਹ ਲੈ ਕੇ ਆਏ। ਸੋ ਬੇਅੰਤ ਕਾਰਜ ਨੇ। ਸੀਸਗੰਜ ਬੈਠੇ ਹੋ, ਇੱਥੋਂ ਸੀਸਗੰਜ ਮੈਗਜ਼ੀਨ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 4-4.5 ਹਜ਼ਾਰ ਇਹ ਦੇਸ਼ਾਂ ਦੇ ਵਿੱਚ ਜਾਂਦੀ ਹੈ। ਤੇ ਆਪ ਸੰਗਤ ਵੀ ਗੁਰੂ ਕਾ ਜਿਹੜਾ ਲਿਟਰੇਚਰ ਹੈ, ਦਿੱਲੀ ਦਾ ਸਭ ਤੋਂ ਆਥੈਂਟਿਕ ਲਿਟਰੇਚਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਹ ਸੀਸਗੰਜ ਮੈਗਜ਼ੀਨ ਨਿਕਲਦਾ। ਆਪ ਸਾਰੇ ਆਪਣੇ ਘਰਾਂ ਦੇ ਵਿੱਚ ਸਿਰਫ 50 ਰੁਪਏ ਸਾਲ ਦੀ ਸਬਸਕ੍ਰਿਪਸ਼ਨ ਹੈ, 500 ਦੀ ਪੂਰੇ ਜੀਵਨ ਭਰ ਦੀ ਸਬਸਕ੍ਰਿਪਸ਼ਨ ਹੈ।
ਬਹੁਤ ਸੋਹਣਾ ਉਹਦੇ ਵਿੱਚ ਵੀ ਉਪਰਾਲਾ ਕੀਤਾ ਜਾ ਰਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਸੋਹਣੇ ਆਰਟੀਕਲ, ਸੋਹਣਾ ਸਿੱਖ ਇਤਿਹਾਸ ਜੀਵਨ। ਸੋ ਆਪ ਜ਼ਰੂਰ ਸੀਐਸਗੰਜ ਮੈਗਜ਼ੀਨ ਦੀ ਸਬਸਕ੍ਰਿਪਸ਼ਨ ਵੀ ਲਓ। ਸਮੁੱਚੇ ਤੌਰ ਤੇ ਸਾਰਿਆਂ ਦਾ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।